श्लोक महला चौथा। सब कोई है खसम का, खसम हो सब को होए। हुक्म पछाणे खसम का, तां सच पावे कोई। सब को ਦਾ ਮਤਲਬ ਹਰੇਕ ਜੀਵ, ਖਸਮ ਦਾ ਮਤਲਬ ਖਸਮ ਤੋਂ। ਤਾਂ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਹਰੇਕ ਜੀਵ ਖਸਮ ਪ੍ਰਭੂ ਦਾ ਹੈ, ਹਰ ਜੀਵ ਰੱਬ ਦਾ ਹੈ। ਖਸਮੋ ਸਭ ਕੋ ਹੋਏ ਦਾ ਮਤਲਬ ਹਰੇਕ ਜੀਵ ਪ੍ਰਭੂ ਤੋਂ ਪੈਦਾ ਹੁੰਦਾ ਹੈ, ਰੱਬੀ ਹੁਕਮ ਦੇ ਵਿੱਚ ਪੈਦਾ ਹੁੰਦਾ ਹੈ ਔਰ ਹਰੇਕ ਜੀਵ ਹੀ ਪ੍ਰਭੂ ਦਾ ਹੈ। ਜਿਵੇਂ ਗੁਰੂ ਜੀ ਨੇ ਹੋਰ ਥਾਵਾਂ ਤੇ ਸਮਝਾਇਆ ਹੈ, ਏਕ ਪਿਤਾ ਏਕਸ ਕੇ ਹੰਬਾਰੀ ਤੂੰ ਮੇਰਾ ਗੁਰਹਾਈ। ਤਾਂ ਜਦੋਂ ਮਨੁੱਖ ਇਹ ਚੀਜ਼ ਸਮਝੇਗਾ ਕਿ ਹਰ ਜੀਵ ਖਸਮ ਦਾ ਹੈ, ਹਰ ਜੀਵ ਖਸਮ ਤੋਂ ਪੈਦਾ ਪ੍ਰਭੂ ਤੋਂ ਹੋ ਰਿਹਾ ਹੈ, ਤਾਂ ਫਿਰ ਇਸ ਪਾਵਨ ਪੰਕਤੀ ਨੂੰ ਅਮਲ ਵਿੱਚ ਲਿਆਉਣ ਦੇ ਨਾਲ ਸਾਡੀ ਜ਼ਿੰਦਗੀ ਚੋਂ ਮੇਰ ਤੇਰ ਦੇ ਵਿਤਕਰੇ ਪੈਦਾ ਹੋਣਗੇ ਔਰ ਇੱਕ ਭਾਈਚਾਰਕ ਸਮਾਜ ਦੀ ਸਿਰਜਣਾ ਹੋਵੇਗੀ। ਅਗਲਾ ਬਚਨ ਕਰਦੇ ਨੇ, ਹੁਕਮ ਪਛਾਣੈ ਖਸਮ ਕਾ, ਤਾਂ ਸੱਚ ਪਾਵੇ ਕੋਈ। ਗੁਰੂ ਜੀ ਕਹਿੰਦੇ ਨੇ ਜੀਵ ਜਦੋਂ ਪ੍ਰਭੂ ਦਾ ਹੁਕਮ ਪਛਾਣਦਾ ਹੈ, ਯਾਨੀ ਹੁਕਮ ਰਜ਼ਾ ਦੇ ਨਾਲ ਸਾਂਝ ਪਾਉਂਦਾ ਹੈ, ਹੁਕਮ ਰਜ਼ਾ ਦੇ ਵਿੱਚ ਤੁਰਦਾ ਹੈ, ਤਾਂ ਸੱਚ ਪਾਵੇ ਕੋਈ, ਤਾਂ ਕੋਈ ਸੱਚ ਨੂੰ ਪ੍ਰਾਪਤ ਕਰ ਲੈਂਦਾ ਹੈ, ਤਾਂ ਉਸ ਨੂੰ ਸੱਚ ਦੀ ਸਮਝ ਆ ਜਾਂਦੀ ਹੈ, ਤਾਂ ਉਸ ਨੂੰ ਅਸਲੀਅਤ ਦੀ ਸਮਝ ਆ ਜਾਂਦੀ ਹੈ, ਤਾਂ ਉਹ ਰੱਬ ਨੂੰ ਪਾ ਲੈਂਦਾ ਹੈ। ਗੁਰਮੁਖ ਆਪ ਪਛਾਣੀਐ ਬੁਰਾ ਨਾ ਦਿਸੈ ਕੋਈ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ, ਯਾਨੀ ਗਿਆਨ ਗੁਰੂ ਦੀ ਅਗਵਾਈ ਵਿੱਚ, ਗੁਰੂ ਗਿਆਨ ਨੂੰ ਅਪਣਾ ਕੇ, ਗੁਰੂ ਗਿਆਨ ਵਿੱਚ ਜ਼ਿੰਦਗੀ ਜੀ ਕੇ ਜੇ ਕੋਈ ਬੰਦਾ ਆਪਣੇ ਆਪੇ ਦੀ ਪਹਿਚਾਨ ਕਰੇ, ਯਾਨੀ ਗੁਰੂ ਗਿਆਨ ਰਾਹੀਂ ਰੱਬੀ ਰਜ਼ਾ ਵਿੱਚ ਤੁਰ ਕੇ ਆਪਣੇ ਆਪੇ ਦੀ ਜਿਸ ਨੂੰ ਸੂਝ ਹੋ ਜਾਂਦੀ ਹੈ, ਬੁਰਾ ਨਾ ਦਿਸੈ ਕੋਈ, ਫਿਰ ਉਹਨੂੰ ਕੋਈ ਇਸ ਦੁਨੀਆ ਦੇ ਵਿੱਚ ਬੁਰਾ ਨਹੀਂ ਦਿਸਦਾ, ਕੋਈ ਭਲਾ ਔਰ ਕੋਈ ਬੁਰਾ ਨਹੀਂ ਦਿਸਦਾ। ਜਦੋਂ ਕੋਈ ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ ਤਾਂ ਉਹਨੂੰ ਸਮਝ ਆ ਜਾਂਦੀ ਹੈ ਕਿ ਰੱਬੀ ਰਜ਼ਾ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈ। ਉਹਨੂੰ ਫਿਰ ਕੋਈ ਇਨਸਾਨ ਬੁਰਾ ਨਹੀਂ ਦਿਸਦਾ, ਸਾਰੇ ਉਸ ਨੂੰ ਚਫੇਰੇ ਚੰਗੇ ਨਜ਼ਰ ਆਉਂਦੇ ਨੇ, ਚੰਗਿਆਈਆਂ ਨਜ਼ਰ ਆਉਂਦੀਆਂ ਨੇ, ਬੁਰਾਈਆਂ ਨਹੀਂ ਫਿਰ ਦਿਸਦੀਆਂ, ਉਹ ਚੰਗਿਆਈਆਂ ਵੇਖਦਾ। ਹੁਣ ਇਹਦਾ ਮਤਲਬ ਇਹ ਨਹੀਂ ਕਿ ਜੇ ਮੈਂ ਰੱਬ ਦੀ ਰਜ਼ਾ ਵਿੱਚ ਤੁਰਾਂਗਾ ਤੇ ਬਾਕੀ ਸਾਰੇ ਹੀ ਲੋਕ ਚੰਗੇ ਹੋ ਜਾਣਗੇ, ਗੱਲ ਇਹ ਨਹੀਂ ਹੈ। ਗੱਲ ਇਹ ਹੈ ਕਿ ਮੈਨੂੰ ਚੰਗਿਆਈ ਦਿਸੇਗੀ ਹਰ ਥਾਂ ਦੇ ਉੱਤੇ, ਜਿਹੜੇ ਬੁਰੇ ਲੋਕ ਨੇ ਉਹਨਾਂ ਵਿੱਚ ਵੀ ਚੰਗਿਆਈ ਦਿਸੇਗੀ ਕਿ ਇਹਨਾਂ ਦੇ ਅੰਦਰ ਚੰਗਿਆਈ ਦੀ ਸੰਭਾਵਨਾ ਹੈ। ਉਹਨੂੰ ਫਿਰ ਕਿਤੇ ਬੁਰਾ ਨਹੀਂ ਦਿਸਦਾ, ਉਹਨੂੰ ਹਰ ਥਾਂ ਤੇ ਚੰਗਾ ਦਿਸਦਾ ਹੈ। ਉਹ ਇਹ ਸੋਚ ਸਕਦਾ ਹੈ ਕਿ ਹਰ ਥਾਂ ਤੇ ਅਸੀਂ ਚੰਗੇ ਇਨਸਾਨ ਬਣ ਕੇ ਜੀ ਸਕਦੇ ਹਾਂ, ਹਰ ਇਨਸਾਨ ਚੰਗਾ ਬਣ ਕੇ ਜੀ ਸਕਦਾ ਹੈ, ਹਰ ਇਨਸਾਨ ਦੇ ਅੰਦਰ ਚੰਗਿਆਈਆਂ ਮੌਜੂਦ ਨੇ। ਨਾਨਕ ਗੁਰਮੁਖ ਨਾਮ ਧਿਆਈਐ ਸਹਿਲਾ ਆਇਆ ਸੋਏ। ਧਿਆਈਏ ਦਾ ਮਤਲਬ ਧਿਆਨ ਟਿਕਾਈਏ, ਧਿਆਨ ਵਿੱਚ ਰੱਖੀਏ, ਧਿਆਨ ਵਿੱਚ ਵਸਾਈਏ। ਨਾਮ ਦਾ ਮਤਲਬ ਹੁਕਮ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਜਗਤ ਵਿੱਚ ਪੈਦਾ ਹੋਣਾ ਉਹਦਾ ਸੁਖਦਾਈ ਹੈ, ਉਹਦਾ ਜਗਤ ਵਿੱਚ ਆਉਣਾ ਸਫਲਾ ਹੈ, ਜਾਂ ਉਹ ਇਨਸਾਨ ਸੁਖੀ ਜੀਵਨ ਵਾਲਾ ਹੁੰਦਾ ਹੈ। ਕੌਣ? ਜੋ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਹੁਕਮ ਦੇ ਅੰਦਰ ਧਿਆਨ ਨੂੰ ਲਾਉਂਦਾ ਹੈ, ਆਪਣੇ ਧਿਆਨ ਵਿੱਚ ਹੁਕਮ ਨੂੰ ਵਸਾਉਂਦਾ ਹੈ, ਯਾਨੀ ਗਿਆਨ ਗੁਰੂ ਮੁਤਾਬਕ ਜੋ ਰੱਬੀ ਰਜ਼ਾ ਭਾਣੇ ਵਿੱਚ ਤੁਰਦਾ ਹੈ, ਉਹ ਇਨਸਾਨ ਸੁਖੀ ਜੀਵਨ ਵਾਲਾ ਹੋ ਜਾਂਦਾ ਹੈ। ਉਹਦਾ ਇਸ ਸੰਸਾਰ ਤੇ ਆਉਣਾ ਮੁਬਾਰਕ ਹੈ, ਉਹ ਇਨਸਾਨ ਮਹਾਨ ਹੈ। ਮਹਿਲਾ ਚੌਥਾ। ਸਭਨਾ ਦਾਤਾ ਆਪ ਹੈ, ਆਪੇ ਮੇਲਣ ਹਾਰ। ਸਭ ਜੀਵਾਂ ਨੂੰ ਰਿਜ਼ਕ ਰੋਜੀ ਦੇਣ ਵਾਲਾ ਪ੍ਰਭੂ ਆਪ ਹੈ ਔਰ ਆਪ ਹੀ ਸਾਰਿਆਂ ਨੂੰ ਮਿਲਾਉਣ ਵਾਲਾ ਹੈ। ਹੁਣ ਸਾਨੂੰ ਸਾਰਿਆਂ ਨੂੰ ਰੱਬ ਨੇ ਹੀ ਮਿਲਾਇਆ ਹੈ। ਮਿਲਾਨਹਾਰ ਦਾ ਮਤਲਬ ਉਹਦੇ ਹੁਕਮ ਦੇ ਵਿੱਚ ਹੀ ਮੇਲ ਹੈ, ਉਹਦੇ ਹੁਕਮ ਦੇ ਵਿੱਚ ਹੀ ਜਨਮ ਹੈ, ਯਾਨੀ ਆਪ ਹੀ ਸਾਰਿਆਂ ਨੂੰ ਮਿਲਾਉਣ ਵਾਲਾ ਹੈ, ਜਨਮ ਦੇਣ ਵਾਲਾ ਹੈ ਔਰ ਆਪ ਹੀ ਰਿਜ਼ਕ ਰੋਜੀ ਦੇਣ ਵਾਲਾ ਹੈ। ਮੀਨਸ ਕਿ ਪ੍ਰਭੂ ਦੇ ਹੁਕਮ ਦੇ ਅੰਦਰ ਹੀ ਜੀਵ ਇੱਥੇ ਮਿਲਦੇ ਔਰ ਜਨਮ ਲੈਂਦੇ ਨੇ ਔਰ ਹੁਕਮ ਰਜ਼ਾ ਭਾਣੇ ਸਿਸਟਮ ਦੇ ਅੰਦਰ ਹੀ ਸਭ ਨੂੰ ਰਿਜ਼ਕ ਰੋਜੀ ਮਿਲੀ ਜਾਂਦਾ ਹੈ। ਨਾਨਕ ਸ਼ਬਦ ਮਿਲੇ ਨਾ ਵਿਛੁੜੈ, ਜਿਨ੍ਹਾਂ ਸੇਵਿਆ ਹਰ ਦਾਤਾਰ। ਸ਼ਬਦ ਦਾ ਮਤਲਬ ਸ਼ਬਦ ਵਿੱਚ, ਸੇਵਿਆ ਦਾ ਮਤਲਬ ਸਿਮਰਿਆ, ਦਾਤਾਰ ਦਾ ਮਤਲਬ ਦਾਤਾਂ ਦੇਣ ਵਾਲਾ, ਤੇ ਸੇਵਿਆ ਦਾ ਮਤਲਬ ਸਿਮਰਿਆ, ਸਿਮਰਿਆ ਦਾ ਮਤਲਬ ਰਜ਼ਾ ਦੇ ਵਿੱਚ ਤੁਰਨਾ, ਰੱਬੀ ਰਜ਼ਾ ਵਿੱਚ ਤੁਰਨਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਨੇ ਸਾਰੇ ਪਦਾਰਥ ਦੇਣ ਵਾਲੇ ਰੱਬ ਦੇ ਹੁਕਮ ਵਿੱਚ ਚੱਲਣਾ ਕੀਤਾ ਹੈ,
ਜੋ ਪ੍ਰਭੂ ਦੀ ਰਜ਼ਾ ਭਾਣੇ ਵਿੱਚ ਤੁਰਦੇ ਨੇ ਔਰ ਜੋ ਗੁਰੂ ਦੇ ਸ਼ਬਦ ਵਿੱਚ ਜੁੜੇ ਰਹਿੰਦੇ ਨੇ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲੈਂਦੇ ਨੇ, ਉਹ ਕਦੇ ਵੀ ਵਿਛੜਦੇ ਨਹੀਂ। ਉਹਨਾਂ ਦਾ ਪ੍ਰਭੂ ਦੇ ਨਾਲ ਹਮੇਸ਼ਾ ਮਿਲਾਪ ਹੋਇਆ ਰਹਿੰਦਾ, ਉਹ ਗੁਣਾਂ ਦੇ ਨਾਲ ਹਮੇਸ਼ਾ ਮਿਲੇ ਰਹਿੰਦੇ ਨੇ, ਉਹਨਾਂ ਦਾ ਕਦੇ ਵੀ ਵਿਛੋੜਾ ਨਹੀਂ ਹੁੰਦਾ, ਉਹ ਕਦੇ ਵੀ ਵਿਛੜਦੇ ਨਹੀਂ ਹਨ। ਜਿਹੜੇ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ ਔਰ ਜੋ ਰੱਬੀ ਰਜ਼ਾ ਦੇ ਅੰਦਰ ਜੀਵਨ ਬਤੀਤ ਕਰਦੇ ਨੇ। ਰੱਬ ਦੇ ਨਾਲ ਉਹਨਾਂ ਦਾ ਸदैਵੀ ਮਿਲਾਪ ਹੈ, ਸੱਚ ਦੇ ਨਾਲ ਸदैਵੀ ਮਿਲਾਪ ਹੈ। ਉਹਨਾਂ ਨੂੰ ਆਰਿਆਂ ਦੇ ਨਾਲ ਚੀਰ ਕੇ ਵੇਖ ਲਿਆ, ਪਰ ਉਹ ਸੱਚ ਦੇ ਨਾਲੋਂ ਵਿਛੜੇ ਨਹੀਂ, ਉਹ ਸੱਚ ਦੇ ਨਾਲੋਂ ਦੂਰ ਨਹੀਂ ਹੋਏ। ਪਹਿਲੀ ਗੱਲ ਤੇ ਇਹ ਹੈ। ਦੂਜੀ ਗੱਲ ਇਹ ਹੈ, ਸਾਡਾ ਸੰਸਾਰਿਕ ਜੋ ਮੇਲ ਮਿਲਾਪ ਹੈ, ਸਾਡੇ ਨਾਨਕੇ, ਦਾਦਕੇ, ਚਾਚੇ, ਤਾਏ, ਸਹੁਰੇ, ਸੱਜਣ, ਮਿੱਤਰ, ਜਿਹੜਾ ਸਾਡਾ ਆਪਸੀ ਮੇਲ ਮਿਲਾਪ ਹੈ। ਹੁਣ ਇਸ ਮੇਲ ਮਿਲਾਪ ਦੇ ਵਿੱਚ ਕਿੰਨੀ ਟੁੱਟ ਭੱਜ ਹੁੰਦੀ ਹੈ, ਰਿਸ਼ਤੇ ਟੁੱਟ ਜਾਂਦੇ ਨੇ, ਮਿੱਤਰਤਾਵਾਂ ਵਿੱਚ ਦੂਰੀਆਂ ਪੈ ਜਾਂਦੀਆਂ ਨੇ, ਬੰਦੇ ਬੰਦਿਆਂ ਦੇ ਵੈਰੀ ਬਣ ਜਾਂਦੇ ਨੇ, ਰਿਸ਼ਤੇ ਨਾਤੇ ਟੁੱਟ ਜਾਂਦੇ ਨੇ। ਕਿਉਂ ਟੁੱਟ ਜਾਂਦੇ ਨੇ? ਕਿਉਂਕਿ ਉਹ ਗਿਆਨ ਗੁਰੂ ਮੁਤਾਬਕ ਜ਼ਿੰਦਗੀ ਲੋਕ ਨਹੀਂ ਜੀ ਰਹੇ। ਉਹਨਾਂ ਨੇ ਰਜ਼ਾ ਭਾਣੇ ਹੁਕਮ ਨੂੰ ਨਹੀਂ ਸਮਝਿਆ, ਉਹਨਾਂ ਨੇ ਸੱਚ ਨੂੰ ਫੋਲੋ ਨਹੀਂ ਕੀਤਾ, ਉਹਨਾਂ ਦੇ ਰਿਸ਼ਤੇ ਨਾਤੇ ਟੁੱਟ ਜਾਂਦੇ ਨੇ, ਮੇਲ ਮਿਲਾਪ ਵੀ ਟੁੱਟ ਜਾਂਦੇ ਨੇ। ਤੇ ਜਿਹੜੇ ਇਨਸਾਨ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਨੇ, ਜੋ ਰੱਬੀ ਰਜ਼ਾ ਵਿੱਚ ਤੁਰਦੇ ਨੇ, ਉਹ ਰੱਬ ਨਾਲੋਂ ਵੀ ਨਹੀਂ ਵਿਛੜਦੇ ਤੇ ਉਹਨਾਂ ਦੇ ਰਿਸ਼ਤੇ ਨਾਤੇ ਵੀ ਨਹੀਂ ਟੁੱਟਦੇ, ਉਹਨਾਂ ਦੇ ਆਪਸੀ ਮੇਲ ਮਿਲਾਪ ਵੀ ਬਣੇ ਰਹਿੰਦੇ ਨੇ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਰਿਵਾਰਾਂ ਦੇ ਵਿੱਚ ਟੁੱਟ ਭੱਜ ਨਾ ਹੋਵੇ, ਰਿਸ਼ਤੇਦਾਰੀਆਂ ਵਿੱਚ ਦੂਰੀਆਂ ਨਾ ਵਧਣ, ਮਿੱਤਰਤਾਵਾਂ ਵਿੱਚ ਦਰਾਰਾਂ ਨਾ ਪੈਣ, ਤਾਂ ਉਹਦੇ ਵਾਸਤੇ ਇੱਕ ਹੀ ਫਾਰਮੂਲਾ ਹੈ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਔਰ ਰੱਬੀ ਰਜ਼ਾ ਵਿੱਚ ਤੁਰਨਾ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨਾ। ਪੌੜੀ, ਗੁਰਮੁਖ ਹਿਰਦੈ ਸ਼ਾਂਤ ਹੈ, ਨਾਉ ਉਗਵ ਆਇਆ। ਉਗਵ ਆਇਆ ਦਾ ਮਤਲਬ ਉਗ ਪਿਆ, ਪ੍ਰਗਟ ਹੋ ਗਿਆ। ਉਗਵ ਆਇਆ ਦਾ ਮਤਲਬ ਪ੍ਰਗਟ ਹੋ ਗਿਆ, ਚਾਅ ਪੈਦਾ ਹੋ ਗਿਆ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਸਨਮੁਖ ਰਹਿਣ ਵਾਲਾ ਹੈ, ਜੋ ਗਿਆਨ ਗੁਰੂ ਮੁਤਾਬਕ ਜ਼ਿੰਦਗੀ ਜੀਣ ਵਾਲਾ ਹੈ, ਉਹਦੇ ਹਿਰਦੇ ਦੇ ਅੰਦਰ ਸ਼ਾਂਤੀ ਹੈ, ਉਹਦੇ ਹਿਰਦੇ ਦੇ ਅੰਦਰ ਸ਼ਾਂਤੀ ਹੈ, ਵਿਕਾਰਾਂ ਦੀ ਅੱਗ ਨਹੀਂ ਹੈ। ਉਹਦੀ ਸੋਚ ਅੰਦਰ ਕਾਮ, ਕ੍ਰੋਧ, ਲੋਭ, ਮੋਹ ਦੀ ਅੱਗ ਨਹੀਂ ਬਲ ਰਹੀ। ਉਹਦੀ ਸੋਚ ਦੇ ਅੰਦਰ ਬਿਲਕੁਲ ਸ਼ਾਂਤੀ ਹੈ, ਉਹ ਪਰਮ ਸ਼ਾਂਤ ਹੈ। ਕਿਉਂ? ਨਾਉ ਉਗਵ ਆਇਆ, ਕਿ ਉਹਦੇ ਅੰਦਰ ਨਾਮ ਪ੍ਰਗਟ ਹੋ ਗਿਆ ਹੈ। ਨਾਮ ਦਾ ਮਤਲਬ ਹੁਕਮ, ਰੱਬ ਦੀ ਸਿਫਤ ਸਲਾਹ, ਰੱਬੀ ਗੁਣ। ਉਹਦੀ ਸੋਚ ਦੇ ਅੰਦਰ ਰੱਬੀ ਗੁਣ ਪ੍ਰਗਟ ਨੇ, ਮਤਲਬ ਕਿ ਉਹ ਰੱਬੀ ਗੁਣਾਂ ਨੂੰ ਯੂਜ਼ ਕਰ ਰਿਹਾ ਹੈ, ਉਹ ਰੱਬੀ ਰਜ਼ਾ ਦੇ ਅੰਦਰ ਚੱਲ ਰਿਹਾ ਹੈ। ਜਿਹੜਾ ਇਨਸਾਨ ਰੱਬੀ ਰਜ਼ਾ ਵਿੱਚ ਤੁਰੇਗਾ ਔਰ ਜਿਸ ਦੀ ਮਨ, ਬਚਨ, ਕਰਮ ਦੇ ਅੰਦਰ ਗੁਣ ਪ੍ਰਗਟ ਹੋਣਗੇ, ਉਸ ਇਨਸਾਨ ਦੇ ਅੰਦਰ ਸ਼ਾਂਤੀ ਹੈ, ਉਹਦੇ ਅੰਦਰ ਵਿਕਾਰਾਂ ਦੀ ਅੱਗ ਨਹੀਂ ਹੈ। ਤਾਂ ਦੇਖੋ, ਸ਼ਾਂਤ ਜੇ ਅਸੀਂ ਰਹਿਣਾ ਚਾਹੁੰਦੇ ਹਾਂ, ਖੁਸ਼ ਰਹਿਣਾ ਚਾਹੁੰਦੇ ਹਾਂ, ਪ੍ਰਸੰਨ ਰਹਿਣਾ ਚਾਹੁੰਦੇ ਹਾਂ, ਤਾਂ ਕਿੰਨਾ ਆਸਾਨ ਕੰਮ ਹੈ ਨਾ, ਗਿਆਨ ਗੁਰੂ ਮੁਤਾਬਕ ਜ਼ਿੰਦਗੀ ਜੀਣੀ, ਮਨ, ਬਚਨ, ਕਰਮ ਕਰਕੇ ਰੱਬੀ ਗੁਣਾਂ ਦੇ ਧਾਰਨੀ ਹੋਣਾ। ਔਰ ਇਹ ਸਾਰਾ ਕੁਝ ਸਾਨੂੰ ਗੁਰਬਾਣੀ ਰਾਹੀਂ ਮਿਲੇਗਾ, ਗੁਰੂ ਦੇ ਗਿਆਨ ਚੋਂ ਮਿਲੇਗਾ। ਜਪ ਤਪ ਤੀਰਥ ਸੰਜਮ ਕਰੇ, ਮੇਰੇ ਪ੍ਰਭ ਪਾਇਆ। ਹੁਣ ਇਸ ਪੰਕਤੀ ਦਾ ਅਰਥ ਕਰਨ ਲੱਗਿਆ ਨਾ ਭੁਲੇਖਾ ਲੱਗ ਸਕਦਾ ਹੈ, ਕਿਉਂਕਿ ਕਰੇ ਸ਼ਬਦ ਆ ਰਿਹਾ ਹੈ, ਤੇ ਭੁਲੇਖਾ ਲੱਗ ਸਕਦਾ ਹੈ ਕਿ ਸ਼ਾਇਦ ਗੁਰੂ ਜੀ ਸਾਨੂੰ ਕਹਿ ਰਹੇ ਨੇ ਕਿ ਜਿਹੜਾ ਜਪ ਤਪ ਤੀਰਥਾਂ ਤੇ ਜਾਂਦਾ ਹੈ, ਜਪ ਤਪ ਕਰਦਾ ਹੈ, ਸੰਜਮ ਕਰਦਾ ਹੈ, ਉਹ ਮੇਰੇ ਪ੍ਰਭੂ ਨੂੰ ਭਾ ਜਾਂਦਾ ਹੈ। ਪੰਕਤੀ ਦੀ ਲਿਖਤ ਤੋਂ ਸਾਨੂੰ ਐਵੇਂ ਪ੍ਰਤੀਤ ਹੋ ਸਕਦਾ ਹੈ, ਔਰ ਬਹੁਤ ਥਾਵਾਂ ਤੇ ਲੋਕਾਂ ਨੂੰ ਭੁਲੇਖਾ ਲੱਗਾ ਵੀ ਹੈ ਕਿ ਜਪ ਤਪ ਤੀਰਥ ਸੰਜਮ ਕਰੇ, ਮੇਰੇ ਪ੍ਰਭ ਪਾਇਆ। ਲੇਕਿਨ ਇਹਦਾ ਮੀਨਿੰਗ ਇਹ ਨਹੀਂ ਹੈ। ਇੱਥੇ ਕਰੇ ਦਾ ਮਤਲਬ ਲੈਣਾ ਹੈ ਕਰ ਲੈ, ਕਰ ਲੈ, ਸਮਝੋ। ਮੇਰੇ ਪ੍ਰਭ ਪਾਇਆ, ਜੋ ਮੇਰੇ ਪ੍ਰਭੂ ਨੂੰ ਪਾ ਗਿਆ, ਜੋ ਮੇਰੇ ਪ੍ਰਭੂ ਨੂੰ ਪਾ ਗਿਆ, ਇਥੋਂ ਅਸਾਂ ਲੈਣਾ ਹੈ ਮੇਰੇ ਪ੍ਰਭੂ ਨੂੰ ਜੋ ਪਾ ਗਿਆ, ਯਾਨੀ ਜੋ ਪ੍ਰਭੂ ਦੇ ਹੁਕਮ ਵਿੱਚ ਤੁਰਦਾ ਹੈ, ਸਮਝ ਲਓ ਉਹਨੇ ਜਪ ਤਪ ਤੀਰਥ ਸੰਜਮ ਸਾਰੇ ਕਰ ਲਏ। ਯਾਨੀ ਉਹਨੂੰ ਜਪ ਤਪ ਸੰਜਮ ਤੀਰਥ ਕਰਨ ਦੀ ਕੋਈ ਲੋੜ ਨਹੀਂ ਹੈ, ਪ੍ਰਭੂ ਦੇ ਹੁਕਮ ਦੇ ਅੰਦਰ ਇਹ ਸਾਰਾ ਕੁਝ ਆ ਗਿਆ। ਜੋ ਮੇਰੇ ਪ੍ਰਭੂ ਨੂੰ ਪਾ ਗਿਆ, ਜੋ ਮੇਰੇ ਪ੍ਰਭੂ ਦੀ ਰਜ਼ਾ ਭਾਣੇ ਵਿੱਚ ਤੁਰਿਆ, ਸਮਝ ਲਓ ਉਹਨੇ ਜਪ ਤਪ ਤੀਰਥ ਸੰਜਮ ਸਾਰੇ ਕਰ ਲਏ। ਨਾ ਉਹਨੂੰ ਕੋਈ ਜਪ ਜਪਣ ਦੀ ਲੋੜ ਹੈ, ਨਾ ਉਹਨੂੰ ਕੋਈ ਤਪ ਸਾਧਨ ਦੀ ਲੋੜ ਹੈ,
ਨਾ ਉਹਨੂੰ ਤੀਰਥਾਂ ਤੇ ਨਹਾਉਣ ਦੀ ਲੋੜ ਹੈ, ਔਰ ਨਾ ਹੀ ਉਹਨੂੰ ਸੰਜਮ ਕਰਨ ਵਾਸਤੇ ਹੋਰ ਸਾਧਨ ਅਪਣਾਉਣ ਦੀ ਲੋੜ ਹੈ, ਵਰਤ ਸਰਾਧ ਆਦਿਕ ਉਹਦੇ ਸਾਰੇ ਇਹਦੇ ਵਿੱਚ ਹੀ ਆ ਗਏ, ਉਹਨੇ ਕਰ ਲੈ ਜਾਣੋ। ਹਿਰਦਾ ਸ਼ੁੱਧ ਹਰ ਸੇਵਦੇ ਸੋ ਹੈ ਗੁਣ ਗਾਇਆ। ਹੁਣ ਸੋ ਹੈ ਸ਼ਬਦ ਲਿਖਿਆ ਨਾ, ਦੋ ਹਾਹੇ ਨੇ, ਪਿਛਲੇ ਹਾਹੇ ਨਾਲ ਸਿਹਾਰੀ ਹੈ, ਤਾਂ ਬਹੁਤ ਵੀਰ ਉਹਨੂੰ ਪੜ੍ਹਦੇ ਨੇ ਸੋ ਹੈ। ਹੁਣ ਸੋ ਹੈ ਪੜ੍ਹਨ ਦੀ ਜ਼ਰੂਰਤ ਨਹੀਂ, ਇਸ ਦਾ ਉਚਾਰਨ ਸੋ ਹੈ। ਜੇ ਕੋਈ ਸੋ ਹੈ ਪੜ੍ਹਦਾ ਤਾਂ ਉਹਦੀ ਆਪਣੀ ਮਰਜ਼ੀ ਹੈ, ਵਿਵਾਦ ਕਰਨ ਦੀ ਜ਼ਰੂਰਤ ਨਹੀਂ, ਲੇਕਿਨ ਸ਼ੁੱਧ ਸ਼ਬਦ ਉਚਾਰਨ ਹੋਏਗਾ ਸੋ ਹੈ, ਮਤਲਬ ਇਹ ਬਹੁਵਚਨੀ ਸ਼ਬਦ ਹੈ। ਹਿਰਦਾ ਸ਼ੁੱਧ ਹਰ ਸੇਵਦੇ ਸੋ ਹੈ ਗੁਣ ਗਾਇਆ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਉਹਨਾਂ ਦਾ ਹਿਰਦਾ ਪਵਿੱਤਰ ਹੁੰਦਾ ਹੈ। ਹਿਰਦੇ ਦਾ ਮਤਲਬ ਸੋਚ, ਉਹਨਾਂ ਦੀ ਮੈਂਟੈਲਿਟੀ ਪਵਿੱਤਰ ਹੈ, ਸੋਚ ਬੜੀ ਪਵਿੱਤਰ ਹੈ। ਉਹ ਮੈਦਾਨੇ ਜੰਗ ਦੇ ਅੰਦਰ ਵੀ ਸਾਰਿਆਂ ਨੂੰ ਪਾਣੀ ਪਿਲਾਉਂਦੇ ਨੇ, ਉਹ ਸਾਰਿਆਂ ਦੀ ਬਰਾਬਰ ਸੇਵਾ ਕਰਦੇ ਨੇ, ਸਾਰਿਆਂ ਦੇ ਨਾਲ ਬਰਾਬਰ ਦਾ ਵਿਵਹਾਰ ਕਰਦੇ ਨੇ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਿਆਂ ਦੀ ਸੋਚ ਪਵਿੱਤਰ ਹੁੰਦੀ ਹੈ। ਗੁਣ ਗਾਇਆ ਦਾ ਮਤਲਬ ਉਹ ਰੱਬੀ ਗੁਣਾਂ ਦਾ ਧਾਰਨੀ ਹੁੰਦੇ ਨੇ, ਇਸ ਲਈ ਸੋਹੇ ਦਾ ਮਤਲਬ ਉਹ ਸ਼ੋਭਦੇ ਨੇ, ਉਹ ਸ਼ੋਭਾ ਵਾਲੇ ਨੇ, ਉਹਨਾਂ ਦਾ ਜੀਵਨ ਸ਼ੋਭਾ ਵਾਲਾ ਬਣ ਜਾਂਦਾ ਹੈ। ਉਹ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਉਹ ਸੋਹਣੇ ਲੱਗਦੇ ਨੇ। ਤਾਂ ਗੁਰੂ ਦੱਸੇ ਰਾਹਾਂ ਤੇ ਤੁਰਨ ਵਾਲਿਆਂ ਦੀ ਸੋਚ ਪਵਿੱਤਰ ਹੁੰਦੀ ਹੈ, ਉਹ ਪ੍ਰਭੂ ਦੀ ਸਿਫਤ ਸਲਾਹ ਕਰਦੇ ਹੋਏ ਸੋਹਣੇ ਲੱਗਦੇ ਨੇ, ਉਹਨਾਂ ਦਾ ਜੀਵਨ ਸ਼ੁਭਾਇਮਾਨ ਬਣ ਜਾਂਦਾ ਹੈ। ਮੇਰੇ ਹਰ ਜੀਉ ਏਵੇਂ ਭਾਵਦਾ। ਐਵੇਂ ਭਾਵਨਾ ਦਾ ਮਤਲਬ ਜੋ ਐਵੇਂ ਦਾ ਜੀਵਨ ਹੈ, ਜੋ ਐਵੇਂ ਦੀ ਸੋਚ ਹੈ, ਐਵੇਂ ਦਾ ਜੀਵਨ ਮੇਰੇ ਪ੍ਰਭੂ ਨੂੰ ਪਿਆਰਾ ਲੱਗਦਾ ਹੈ, ਚੰਗਾ ਲੱਗਦਾ ਹੈ। ਜਿਹੜਾ ਇਹੋ ਜੀ ਜ਼ਿੰਦਗੀ ਜੀਂਦਾ ਹੈ ਉਹ ਮੇਰੇ ਰੱਬ ਨੂੰ ਵੀ ਚੰਗਾ ਲੱਗਦਾ ਹੈ, ਰੱਬੀ ਦਰ ਤੇ ਉਹ ਕਬੂਲ ਹੁੰਦਾ ਹੈ। ਗੁਰਮੁਖ ਤਰਾਇਆ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਿਆਂ ਨੂੰ ਰੱਬ ਤਾਰ ਦਿੰਦਾ ਹੈ, ਪਾਰ ਉਤਾਰਾ ਹੋ ਜਾਂਦਾ ਹੈ ਉਹਨਾਂ ਦਾ। ਯਾਨੀ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣ ਵਾਲੇ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ, ਵਿਕਾਰਾਂ ਤੋਂ ਬਚ ਜਾਂਦੇ ਨੇ, ਤੇ ਇਹੋ ਜਿਹੇ ਜੋ ਇਨਸਾਨ ਨੇ ਉਹ ਰੱਬ ਨੂੰ ਵੀ ਪਿਆਰੇ ਲੱਗਦੇ ਨੇ। ਨਾਨਕ ਗੁਰਮੁਖ ਮੇਲਿਅਨ ਹਰ ਦਰ ਸੁਹਾਇਆ। ਮੇਲਿਅਨ ਦਾ ਮਤਲਬ ਉਸ ਪ੍ਰਭੂ ਨੇ ਮੇਲੇ ਨੇ, ਦਰ ਦਾ ਮਤਲਬ ਦਰ ਤੇ, ਹਜ਼ੂਰੀ ਵਿੱਚ, ਚਰਨਾਂ ਵਿੱਚ। ਗੁਰਮੁਖ ਦਾ ਮਤਲਬ ਗੁਰੂ ਦੇ ਸਨਮੁਖ ਰਹਿਣ ਵਾਲੇ, ਕਿ ਜੋ ਗੁਰੂ ਦੇ ਸਨਮੁਖ ਰਹਿਣ ਵਾਲੇ ਨੇ, ਮਤਲਬ ਗੁਰੂ ਦੇ ਦੱਸੇ ਵੇ ਆਫ ਲਾਈਫ ਨੂੰ ਜੋ ਫੋਲੋ ਕਰਨ ਵਾਲੇ ਨੇ, ਉਹਨਾਂ ਨੂੰ ਪ੍ਰਭੂ ਨੇ ਆਪ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ, ਤੇ ਐਸੇ ਲੋਕ ਫਿਰ ਪ੍ਰਭੂ ਦਰ ਤੇ ਸ਼ੋਭਾ ਪਾਉਂਦੇ ਨੇ। ਦੇਖੋ, ਰੱਬ ਤੁਹਾਨੂੰ ਆਪ ਆਪਣੇ ਨਾਲ ਮਿਲਾ ਲਏਗਾ। ਤੁਸਾਂ ਕਰਨਾ ਕੀ ਹੈ? ਗੁਰੂ ਦੇ ਦੱਸੇ ਰਾਹਾਂ ਤੇ ਚੱਲਣਾ ਹੈ। ਅਸਾਂ ਗੁਰੂ ਦੱਸੇ ਰਾਹਾਂ ਤੇ ਚੱਲਣਾ ਹੈ, ਗੁਰਬਾਣੀ ਦੇ ਦਿੱਤੇ ਵੇ ਆਫ ਲਾਈਫ ਨੂੰ ਫੋਲੋ ਕਰਨਾ ਹੈ। ਜਿਹੜਾ ਇਨਸਾਨ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਫੋਲੋ ਕਰਦਾ ਹੈ, ਉਹਨੂੰ ਰੱਬ ਆਪਣੇ ਆਪ ਦੇ ਨਾਲ ਮਿਲਾ ਲੈਂਦਾ ਹੈ, ਤੇ ਉਹ ਇਨਸਾਨ ਰੱਬੀ ਦਰ ਤੇ ਸ਼ੋਭਾ ਪਾਉਂਦੇ ਨੇ, ਉਹਨਾਂ ਨੂੰ ਸਾਰੇ ਜਗਤ ਅੰਦਰ ਮਹਾਨਤਾ ਮਿਲਦੀ ਹੈ। ਸ਼ਲੋਕ ਮਹਿਲਾ ਪਹਿਲਾ। ਧਨਵੰਤਾ ਇਵ ਹੀ ਕਹੈ ਅਵਰੀ ਧਨ ਕੋ ਜਾਉ। ਧਨਵੰਤਾ ਦਾ ਮਤਲਬ ਧਨਵਾਨ, ਜਿਸਨੇ ਆਪਣੀ ਜ਼ਿੰਦਗੀ ਦਾ ਏਮ ਸਿਰਫ ਪੈਸੇ ਨੂੰ ਬਣਾਇਆ ਹੋਇਆ ਹੈ, ਸੱਚ ਨੂੰ ਨਹੀਂ, ਕਿਉਂਕਿ ਗੋਲ ਹੈ ਨਾ ਆਪੋ ਆਪਣਾ। ਕਿਸੇ ਨੇ ਆਪਣੀ ਜ਼ਿੰਦਗੀ ਦਾ ਗੋਲ ਬਣਾਇਆ ਹੈ ਸਚਿਆਰ ਹੋਣ ਨੂੰ, ਤੇ ਇਹਦਾ ਮਤਲਬ ਇਹ ਨਹੀਂ ਕਿ ਸਚਿਆਰ ਆਦਮੀ ਸਿਰਫ ਗਰੀਬ ਹੀ ਰਹੇਗਾ ਤੇ ਉਹ ਦਿਹਾੜੀਆਂ ਮਜ਼ਦੂਰੀਆਂ ਕਰੇਗਾ, ਉਹਦੇ ਕੋਲ ਪੈਸਾ ਨਹੀਂ ਹੋਵੇਗਾ, ਇਹ ਗੱਲ ਨਹੀਂ ਹੈ। ਸਚਿਆਰ ਇਨਸਾਨ ਦੇ ਕੋਲ ਬਹੁਤ ਸਾਰਾ ਪੈਸਾ ਹੋ ਸਕਦਾ ਹੈ, ਬਹੁਤ ਵੱਡੀਆਂ ਪ੍ਰਾਪਰਟੀਆਂ ਹੋ ਸਕਦੀਆਂ ਨੇ, ਉਹ ਪ੍ਰਾਪਰਟੀ ਬਣਾ ਸਕਦਾ ਹੈ ਕਿਉਂਕਿ ਮਿਹਨਤ ਕਰਨ ਵਾਲਾ ਇਮਾਨਦਾਰੀ ਦੇ ਨਾਲ ਕਿਰਤ ਕਰਕੇ ਜ਼ਮੀਨ ਖਰੀਦ ਸਕਦਾ ਹੈ, ਫੈਕਟਰੀ ਕਾਰਖਾਨੇ ਲਗਾ ਸਕਦਾ ਹੈ, ਪੈਸਾ ਉਹਦੇ ਕੋਲ ਵੀ ਆ ਸਕਦਾ ਹੈ, ਉਹ ਵੀ ਧਨਵਾਨ ਹੋ ਸਕਦਾ ਹੈ। ਪਰ ਇੱਥੇ ਧਨਵੰਤਾ ਦਾ ਮਤਲਬ ਹੈ ਗੋਲ ਬਣਾ ਲੈਣਾ। ਇੱਕ ਬੰਦੇ ਨੇ ਆਪਣੀ ਜ਼ਿੰਦਗੀ ਦਾ ਗੋਲ ਬਣਾਇਆ ਹੈ ਸੱਚ ਨੂੰ, ਕਿ ਮੈਂ ਸੱਚ ਦੇ ਨਾਲ ਜੁੜਨਾ ਹੈ, ਮੇਰੇ ਜੀਵਨ ਦਾ ਗੋਲ ਹੈ ਕਿ ਮਨ ਵਚਨ ਕਰਮ ਕਰਕੇ ਸੱਚੇ ਹੋਣਾ ਹੈ। ਦੂਜੇ ਬੰਦੇ ਨੇ ਆਪਣੀ ਜ਼ਿੰਦਗੀ ਦਾ ਗੋਲ ਬਣਾ ਲਿਆ ਹੈ ਪੈਸੇ ਨੂੰ, ਕਿ ਮੇਰੇ ਕੋਲ ਸਿਰਫ ਪੈਸਾ ਆਉਣਾ ਚਾਹੀਦਾ ਹੈ, ਕਰੈਕਟਰ, ਸੱਚ ਔਰ ਇਨਸਾਨੀਅਤ ਜਾਏ ਢੱਠੇ ਖੂਹ ਵਿੱਚ। ਉਹ ਬੰਦਾ ਧਰਮ ਇਮਾਨ ਨੂੰ ਵੀ ਪੈਸੇ ਵਾਸਤੇ ਵੇਚ ਦੇਗਾ। ਲੇਕਿਨ ਜਿਹਨੇ ਸੱਚ ਨੂੰ ਬੇਸ ਬਣਾਇਆ ਹੈ, ਉਹ ਪੈਸਾ ਵੀ ਔਰ ਆਪਣੀ ਜਿੰਦ ਜਾਨ ਵੀ ਸੱਚ ਵਾਸਤੇ ਕੁਰਬਾਨ ਕਰ ਦੇਗਾ।
ਤੇ ਜਿਨਨੇ ਪੈਸੇ ਨੂੰ ਜ਼ਿੰਦਗੀ ਦਾ ਗੋਲ ਬਣਾ ਲਿਆ, ਉਹ ਧਰਮ ਨੂੰ ਵੀ ਤੇ ਸੱਚ ਨੂੰ ਵੀ ਪੈਸੇ ਤੋਂ ਕੁਰਬਾਨ ਕਰ ਦੇਗਾ। ਇਹ ਚੀਜ਼ ਇੱਥੇ ਸਮਝਣ ਵਾਲੀ ਹੈ। ਇੱਥੇ ਧਨਵੰਤਾ ਦਾ ਮਤਲਬ ਜਿਸ ਨੇ ਆਪਣੀ ਜ਼ਿੰਦਗੀ ਦਾ ਗੋਲ ਸਿਰਫ ਪੈਸੇ ਨੂੰ ਬਣਾ ਲਿਆ ਹੈ। ਉਹ ਕੀ ਕਹਿੰਦਾ ਹੈ? ਇਵ ਹੀ ਕਹੇ ਦਾ ਮਤਲਬ ਸਦਾ ਇੰਜ ਹੀ ਕਹਿੰਦਾ ਹੈ, ਅਵਰੀ ਧਨ ਕੋ ਜਾਉਂ, ਕਿ ਮੈਂ ਹੋਰ ਧਨ ਕਮਾਉਣ ਵਾਸਤੇ ਜਾਵਾਂ, ਹੋਰ ਪੈਸਾ ਇਕੱਠਾ ਕਰਾਂ। ਉਹਦਾ ਸੱਚ ਨਾਲ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰ ਗੁਰੂ ਜੀ ਕਹਿੰਦੇ ਨੇ, ਨਾਨਕ ਨਿਰਧਨ ਤਿਤ ਦਿਨ, ਜਿਤ ਦਿਨ ਵਿਸਰੈ ਨਾਉ। ਇੱਥੇ ਨਾਨਕ ਸ਼ਬਦ ਦੇ ਕੱਕੇ ਥਲੇ ਔਂਕੜ, ਇਹ ਕਰਤਾ ਕਾਰਕ। ਇਸ ਲਈ ਗੁਰੂ ਜੀ ਕਹਿੰਦੇ ਨੇ, ਨਾਨਕ ਨਿਰਧਨ ਤਿਤ ਦਿਨ। ਨਿਰਧਨ ਤਿਤ ਦਿਨ ਦਾ ਮਤਲਬ ਉਸ ਦਿਨ, ਉਸ ਦਿਹਾੜੇ। ਜਿਤ ਦਿਨ ਦਾ ਮਤਲਬ ਜਿਸ ਦਿਹਾੜੇ ਵਿੱਚ, ਜਿਸ ਦਿਨ ਵਿੱਚ। ਪਰ ਗੁਰੂ ਜੀ ਕਹਿੰਦੇ ਨੇ, ਪਰ ਨਾਨਕ ਤਾਂ ਉਸ ਦਿਹਾੜੇ ਕੰਗਾਲ ਹੋਏਗਾ ਜਿਸ ਦਿਨ ਇਹਨੂੰ ਪ੍ਰਭੂ ਦਾ ਹੁਕਮ ਵਿਸਰ ਜਾਏਗਾ, ਜਿਸ ਦਿਨ ਰੱਬ ਦੇ ਗੁਣ ਵਿਸਰ ਜਾਣਗੇ। ਨਾਨਕ ਉਸ ਦਿਨ ਆਪਣੇ ਆਪ ਨੂੰ ਕੰਗਾਲ ਸਮਝੇਗਾ। ਯਾਨੀ ਅਸਲ ਕੰਗਾਲ ਉਹ ਹੈ ਜਿਹਦੇ ਕੋਲ ਰੱਬੀ ਗੁਣ ਨਹੀਂ, ਜੋ ਰੱਬੀ ਰਜ਼ਾ ਵਿੱਚ ਨਹੀਂ ਤੁਰਦਾ, ਜਿਸ ਦੇ ਕੋਲ ਇਨਸਾਨੀਅਤ ਨਹੀਂ ਹੈ। ਅਸਲ ਬੰਦਾ ਕੰਗਾਲ ਉਸ ਦਿਨ ਹੋ ਜਾਂਦਾ ਹੈ ਜਦੋਂ ਬੰਦੇ ਦੇ ਕੋਲ ਸੱਚ ਨਾ ਰਹੇ, ਉੱਚਾ ਆਚਰਨ ਨਾ ਰਹੇ, ਤਾਂ ਜਿੰਨਾ ਮਰਜੀ ਅਮੀਰ ਹੋਵੇ, ਆਤਮਿਕ ਤੌਰ ਤੇ ਤਾਂ ਉਹ ਕੰਗਾਲ ਹੀ ਹੈ। ਇਸ ਲਈ ਗੁਰਬਾਣੀ ਦੇ ਅੰਦਰ ਅਸਲ ਕੰਗਾਲ, ਅਸਲ ਗਰੀਬ ਉਸ ਇਨਸਾਨ ਨੂੰ ਕਿਹਾ ਗਿਆ ਹੈ ਜਿਸ ਦੇ ਕੋਲ ਰੱਬੀ ਗੁਣ ਨਹੀਂ ਹਨ। ਕਹੋ ਕਬੀਰ, ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਪਰ ਜਿਨ੍ਹਾਂ ਦੀ ਜ਼ਿੰਦਗੀ ਅੰਦਰ ਸ਼ੁਭ ਗੁਣ ਨੇ, ਸੱਚਾਈ ਹੈ ਮਨ ਵਚਨ ਕਰਮ ਕਰਕੇ, ਉਹ ਧਨਵੰਤ, ਕੁਲਵੰਤ ਔਰ ਪਤਵੰਤ ਕਹਿ ਗਏ। ਅਗਲਾ ਬਚਨ ਕਰਦੇ ਨੇ, ਮਹਿਲਾ ਪਹਿਲਾ। ਸੂਰਜ ਚੜ੍ਹੇ ਵਿਜੋਗ, ਸਭ ਸੇ ਘਟੈ ਆਰਜਾ। ਵਿਜੋਗ ਦਾ ਮਤਲਬ ਵਿਛੋੜੇ ਨਾਲ, ਗੁਜਰਨ ਨਾਲ। ਸੂਰਜ ਚੜ੍ਹੇ ਵਿਜੋਗ ਦਾ ਮਤਲਬ ਹੈਗਾ ਕਿ ਸੂਰਜ ਦੇ ਚੜ੍ਹਨ ਤੋਂ ਲੈ ਕੇ ਸੂਰਜ ਦੇ ਵਿਛੜਨ ਤੱਕ, ਡੁੱਬਣ ਤੱਕ। ਸੂਰਜ ਚੜ੍ਹਿਆ, ਸਾਡੇ ਨਾਲ ਮਿਲਾਪ ਹੋਇਆ। ਸੂਰਜ ਛਿਪਿਆ, ਸਾਡੇ ਤੋਂ ਵਿਛੋੜਾ ਹੋ ਗਿਆ, ਹੁਣ ਸੂਰਜ ਨਹੀਂ ਹੈ। ਸੂਰਜ ਚੜ੍ਹੇ ਵਿਜੋਗ ਦਾ ਮਤਲਬ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਸਾਰਾ ਦਿਨ। ਸਭ ਸੇ ਘਟੈ ਆਰਜਾ, ਸੂਰਜ ਚੜ੍ਹਦਾ ਹੈ ਤੇ ਡੁੱਬਦਾ ਹੈ। ਇਸ ਤਰ੍ਹਾਂ ਦਿਨਾਂ ਦੇ ਗੁਜ਼ਰਨ ਦੇ ਨਾਲ ਹਰੇਕ ਜੀਵ ਦੀ ਉਮਰ ਘਟਦੀ ਹੈ। ਸਭ ਸੇ ਘਟੈ ਆਰਜਾ ਮਤਲਬ ਸਾਰਿਆਂ ਦੀ ਉਮਰ ਘਟ ਰਹੀ ਹੈ। ਅੱਜ ਇੱਕ ਦਿਨ ਬੀਤ ਗਿਆ ਤਾਂ ਸਾਡੀ ਉਮਰ ਚੋਂ ਇੱਕ ਦਿਨ ਘਟ ਗਿਆ, ਮੌਤ ਸਾਡੀ ਇੱਕ ਦਿਨ ਨੇੜੇ ਆ ਗਈ। ਇਹ ਤੇ ਹੈ ਸਰੀਰਕ ਮੌਤ ਦੀ ਗੱਲ। ਤੇ ਜਿਹੜੇ ਲੋਕ ਸਾਰਾ ਦਿਨ ਸੱਚ ਨਾਲੋਂ ਟੁੱਟੇ ਰਹਿੰਦੇ ਨੇ, ਉਹਨਾਂ ਦੀ ਸਾਰਾ ਦਿਨ ਆਤਮਿਕ ਉਮਰ ਵੀ ਘਟੀ ਜਾਂਦੀ ਹੈ, ਆਤਮਿਕ ਮੌਤ ਵੀ ਉਹਨਾਂ ਦੇ ਨੇੜੇ ਆਈ ਜਾਂਦੀ ਹੈ, ਉਹ ਆਤਮਿਕ ਮੌਤੇ ਵੀ ਮਰਦੇ ਜਾਂਦੇ। ਤਨ ਮਨ ਰੱਤਾ ਭੋਗ, ਕੋਈ ਹਾਰੈ ਕੋ ਜਿਣੈ। ਕੋ ਦਾ ਮਤਲਬ ਕਈ, ਕੋਈ ਦਾ ਮਤਲਬ ਕਈ। ਤਨ ਮਨ ਰੱਤਾ, ਰੱਤਾ ਦਾ ਮਤਲਬ ਰੰਗਿਆ ਹੋਇਆ ਹੈ। ਭੋਗ ਦਾ ਮਤਲਬ ਭੋਗਾਂ ਵਿੱਚ, ਵਿਸ਼ੇ ਵਿਕਾਰਾਂ ਵਿੱਚ। ਜਿਸ ਦਾ ਮਨ ਔਰ ਤਨ ਮਾਇਆ ਦੇ ਭੋਗਣ ਵਿੱਚ ਰੁੱਝਾ ਹੋਇਆ ਹੈ, ਵਿਕਾਰਾਂ ਦੇ ਭੋਗਣ ਵਿੱਚ ਰੁੱਝਾ ਹੋਇਆ ਹੈ, ਤਾਂ ਗੁਰੂ ਜੀ ਕਹਿੰਦੇ ਨੇ ਇਹੋ ਜਿਹੇ ਕਈ ਲੋਕ ਮਨੁੱਖਾ ਬਾਜੀ ਹਾਰ ਜਾਂਦੇ। ਜਿਨ੍ਹਾਂ ਦਾ ਤਨ ਮਨ ਵਿਕਾਰਾਂ ਵਿੱਚ ਗਰਸਿਆ ਹੈ, ਯਾਨੀ ਮਨ ਔਰ ਕਰਮ ਕਰਕੇ, ਬਚਨ ਕਰਕੇ ਜੋ ਲੋਕ ਵਿਕਾਰਾਂ ਵਿੱਚ ਗ੍ਰਸਿਤ ਨੇ, ਉਹ ਲੋਕ ਆਪਣੀ ਬਾਜੀ ਹਾਰ ਜਾਂਦੇ ਨੇ। ਕੋ ਜਿਣੇ ਦਾ ਮਤਲਬ ਕਈ ਲੋਕ ਜੋ ਸੱਚ ਦੇ ਨਾਲ ਜੁੜੇ ਨੇ, ਉਹ ਜੀਵਨ ਬਾਜੀ ਜਿੱਤ ਜਾਂਦੇ ਨੇ। ਤਾਂ ਅਸਲ ਜੀਵਨ ਬਾਜੀ ਜਿੱਤਿਆ ਉਹ ਇਨਸਾਨ ਹੈ ਜਿਨੇ ਆਪਣੀ ਜ਼ਿੰਦਗੀ ਚੋਂ ਪਾਪਾਂ, ਵਿਕਾਰਾਂ, ਅਪਰਾਧਾਂ ਨੂੰ ਤਿਆਗਿਆ ਹੈ। ਅਸਲ ਜਿੱਤਿਆ ਇਨਸਾਨ ਉਹ ਹੈ ਜਿਸ ਨੇ ਸਤ, ਸੰਤੋਖ, ਦਇਆ, ਧਰਮ, ਧੀਰਜ ਨੂੰ ਆਪਣੀ ਜ਼ਿੰਦਗੀ ਦਾ ਗੋਲ ਬਣਾਇਆ ਹੈ। ਸਭ ਕੋ ਭਰਿਆ ਫੂਕ, ਆਖਣ ਕਹਿਣ ਨਾ ਥੰਮੀਐ। ਭਰਿਆ ਦਾ ਮਤਲਬ ਭਰਿਆ ਹੋਇਆ, ਫੂਕ ਦਾ ਮਤਲਬ ਫੂਕ ਦੇ ਨਾਲ, ਆਖਣ ਕਹਿਣ ਦਾ ਮਤਲਬ ਕਹਿਣ ਸਮਝਾਉਣ ਦੇ ਨਾਲ, ਥੰਮੀਏ ਦਾ ਮਤਲਬ ਰੁਕਦਾ ਨਹੀਂ। ਇੱਥੇ ਜਿਹੜੇ ਸੱਚ ਨਾਲੋਂ ਟੁੱਟੇ ਨੇ, ਜਿਨ੍ਹਾਂ ਨੇ ਗੁਰੂ ਗਿਆਨ ਨੂੰ ਦੀ ਅਗਵਾਈ ਨਹੀਂ ਲਈ, ਉਹ ਹਰ ਇਨਸਾਨ ਹੰਕਾਰ ਦੇ ਨਾਲ ਆਫਰਿਆ ਹੋਇਆ ਹੈ। ਸਭ ਕੋ ਭਰਿਆ ਫੂਕ, ਫੂਕ ਨਾਲ ਭਰਿਆ ਹੋਇਆ ਹੈ, ਹੰਕਾਰ ਨਾਲ ਆਫਰਿਆ ਹੋਇਆ ਹੈ। ਆਖਣ ਕਹਿਣ ਨਾ ਥੰਮੀਏ, ਤੇ ਕਹਿਣ ਦੇ ਨਾਲ ਸਮਝਾਇਆ ਵੀ ਰੁਕਦਾ ਨਹੀਂ, ਹੰਕਾਰ ਛੱਡਦਾ ਨਹੀਂ।
ਬੰਦਾ ਹੰਕਾਰ ਵਿੱਚ ਆਫਰਿਆ ਹੋਏ ਨਾ, ਤੇ ਉਹਨੂੰ ਜੇ ਸਮਝਾਓ ਵੀ ਤੇ ਉਹ ਮੁੜਦਾ ਨਹੀਂ, ਥੰਮਦਾ ਨਹੀਂ। ਥੰਮਦੇ ਨੇ, ਇਤਿਹਾਸ ਪੜ੍ਹ ਕੇ ਵੇਖ ਲਓ ਕਿੰਨੇ ਅਹੰਕਾਰੀ ਲੋਕ ਹੋਏ ਨੇ ਜਿਨ੍ਹਾਂ ਨੇ ਲੋਕਾਂ ਦਾ ਕਤਲਾਮ ਕੀਤਾ ਹੈ। ਅੱਜ ਵੀ ਬਹੁਤ ਸਾਰੇ ਸਮਾਜ ਦੇ ਅੰਦਰ ਤੁਹਾਨੂੰ ਹੰਕਾਰੀ ਲੋਕ ਮਿਲ ਜਾਣਗੇ, ਔਰ ਕਈ ਥਾਵਾਂ ਤੇ ਅਸੀਂ ਆਪਣੇ ਆਪ ਨੂੰ ਨਹੀਂ ਸਮਝ ਪਾਉਂਦੇ। ਅਸੀਂ ਖੁਦ ਵੀ ਕਈ ਵਾਰ ਹੰਕਾਰੀ ਬਣ ਕੇ ਦੂਜਿਆਂ ਦੀਆਂ ਭਾਵਨਾਵਾਂ ਦਾ ਕਤਲ ਕਰ ਰਹੇ ਹੁੰਦੇ ਆ, ਤੇ ਅਸੀਂ ਸਮਝਾਇਆ ਵੀ ਸਮਝਦੇ ਨਹੀਂ। ਯਾਨੀ ਜੋ ਹੰਕਾਰ ਦੇ ਨਾਲ ਭਰਿਆ ਹੋਇਆ ਹੈ, ਉਹ ਕਹਿਣ ਦੇ ਨਾਲ ਵੀ ਸਮਝਦਾ ਨਹੀਂ। ਜੇ ਸਮਝਾਇਆ ਜਾਏ ਕਿ ਰੱਬੀ ਰਜ਼ਾ ਦੇ ਵਿੱਚ ਤੁਰਨਾ ਠੀਕ ਹੈ ਭਾਈ, ਗੁਣਾਂ ਦੇ ਧਾਰ ਨਹੀਂ ਹੋਣਾ ਚਾਹੀਦਾ, ਤੇ ਕੋਈ ਸਮਝਦੇ ਨੇ ਲੋਕ, ਨਹੀਂ ਸਮਝਦੇ। ਨਾਨਕ ਵੇਖੈ ਆਪ ਫੂਕ ਕਢਾਏ ਢਹਿ ਪਵੈ। ਨਾਨਕ ਵੇਖੈ ਆਪ ਦਾ ਮਤਲਬ ਉਹ ਆਪ ਜਦੋਂ ਵੇਖਦਾ ਹੈ, ਰਹਿਮਤ ਦੀ ਨਜ਼ਰ ਕਰਦਾ ਹੈ। ਫੂਕ ਕਢਾਏ, ਉਹਦੇ ਹੰਕਾਰ, ਫੂਕ ਕੱਢ ਦਿੰਦਾ ਹੈ, ਸਾਹ ਕੱਢ ਦਿੰਦਾ ਹੈ। ਸਾਹ ਕੱਢਣ ਦਾ ਮਤਲਬ ਉਹਦੇ ਹੰਕਾਰ ਨੂੰ ਖਤਮ ਕਰ ਦਿੰਦਾ ਹੈ। ਢਹਿ ਪਵੇ ਦਾ ਮਤਲਬ ਢਹਿ ਪੈਂਦਾ, ਉਹ ਢਹਿ ਪੈਂਦਾ। ਤਾਂ ਨਾਨਕ ਵੇਖੈ ਆਪ, ਇਹਦਾ ਮੀਨਿੰਗ ਇਸ ਤਰ੍ਹਾਂ ਹੋਏਗਾ, ਨਾਨਕ ਵੇਖੈ ਆਪ, ਉਹ ਆਪ ਵੇਖ ਰਿਹਾ ਹੈ। ਫੂਕ ਕਢਾਏ, ਫੂਕ ਕਢਾਏ ਦਾ ਮਤਲਬ ਸਾਹ ਕੱਢ ਦਿੰਦਾ, ਪ੍ਰਾਣ ਕੱਢ ਦਿੰਦਾ। ਪ੍ਰਾਣ ਨਿਕਲਣ ਦਾ ਮਤਲਬ ਉਹ ਬੰਦਾ ਮਰ ਜਾਂਦਾ। ਢਹਿ ਪਵੇ ਦਾ ਮਤਲਬ ਮਰ ਜਾਂਦਾ। ਜਦੋਂ ਪ੍ਰਾਣ ਨਿਕਲ ਗਏ ਤੇ ਬੰਦਾ ਮਰ ਗਿਆ। ਤਾਂ ਗੁਰੂ ਜੀ ਕਹਿੰਦੇ ਨੇ ਐਸੇ ਇਨਸਾਨਾਂ ਨੂੰ ਪ੍ਰਭੂ ਆਪ ਵੇਖ ਰਿਹਾ ਹੈ। ਉਹਨਾਂ ਦੇ ਅੰਦਰੋਂ ਪ੍ਰਾਣ ਨਿਕਲ ਜਾਂਦੇ ਨੇ, ਭਾਵ ਇਨਸਾਨੀਅਤ ਖਤਮ ਹੋ ਜਾਂਦੀ ਹੈ, ਆਤਮਿਕ ਜੀਵਨ ਖਤਮ ਹੋ ਜਾਂਦਾ ਹੈ। ਤੇ ਢਹਿ ਪਵੇ ਦਾ ਮਤਲਬ ਉਹ ਆਤਮਿਕ ਮੌਤ ਤੇ ਮਰ ਜਾਂਦੇ ਨੇ। ਨਾਨਕ ਵੇਖੇ ਆਪ, ਜਿਹੜੇ ਹੰਕਾਰ ਦੇ ਨਾਲ ਭਰੇ ਹੋਏ ਨੇ, ਉਹਨਾਂ ਨੂੰ ਰੱਬ ਆਪ ਵੇਖ ਰਿਹਾ ਹੈ। ਉਹ ਰੱਬੀ ਹੁਕਮ ਦੇ ਅੰਦਰ ਵਾਚੇ ਜਾ ਰਹੇ ਨੇ। ਫੂਕ ਕਢਾਏ ਦਾ ਮਤਲਬ ਉਹਨਾਂ ਦੀ ਜਿੰਦ ਨਿਕਲ ਜਾਂਦੀ ਹੈ, ਆਤਮਿਕ ਜੀਵਨ ਖਤਮ ਹੋ ਜਾਂਦਾ ਹੈ। ਢਹਿ ਪਵੇ ਦਾ ਮਤਲਬ ਉਹ ਢਹਿ ਪੈਂਦੇ ਨੇ, ਆਤਮਿਕ ਮੌਤ ਤੇ ਮਰ ਜਾਂਦੇ ਨੇ। ਤਾਂ ਪ੍ਰਭੂ ਆਪ ਇਸ ਸੰਸਾਰ ਨੂੰ ਵੇਖ ਰਿਹਾ ਹੈ। ਰੱਬੀ ਰਜ਼ਾ ਦੇ ਅੰਦਰ ਹਰ ਇੱਕ ਦਾ ਜੀਵਨ ਵਾਚਿਆ ਜਾ ਰਿਹਾ ਹੈ। ਅਹੰਕਾਰ ਦੇ ਅੰਦਰ ਜੋ ਵਿਚਰ ਰਹੇ ਨੇ, ਉਹਨਾਂ ਦਾ ਆਤਮਿਕ ਜੀਵਨ ਮੁੱਕ ਜਾਂਦਾ ਹੈ, ਔਰ ਉਹ ਆਤਮਿਕ ਮੌਤ ਤੇ ਮਰ ਜਾਂਦੇ ਨੇ। ਪੌੜੀ, ਸਤ ਸੰਗਤ ਨਾਮ ਨਿਧਾਨ ਹੈ, ਜਿੱਥੋਂ ਹਰ ਪਾਇਆ। ਜਿੱਥੋਂ ਦਾ ਮਤਲਬ ਜਿਸ ਥਾਂ ਤੋਂ, ਯਾਨੀ ਸਤ ਸੰਗਤ ਵਿੱਚੋਂ। ਨਾਮ ਨਿਧਾਨ ਦਾ ਮਤਲਬ ਗੁਣਾਂ ਦਾ ਖਜ਼ਾਨਾ। ਸਤ ਸੰਗਤ ਵਿੱਚ ਪ੍ਰਭੂ ਦੇ ਗੁਣਾਂ ਦਾ ਖਜ਼ਾਨਾ ਹੈ, ਤੇ ਸਤ ਸੰਗਤ ਵਿੱਚੋਂ ਹੀ ਪ੍ਰਭੂ ਦਾ ਇਹ ਗੁਣਾਂ ਦਾ ਖਜ਼ਾਨਾ ਪਾਇਆ ਜਾ ਸਕਦਾ ਹੈ, ਰੱਬ ਨੂੰ ਪਾਇਆ ਜਾ ਸਕਦਾ ਹੈ। ਸੱਚ ਦੀ ਸੰਗਤ ਵਿੱਚ, ਸਤ ਸੰਗਤ ਵਿੱਚ ਪ੍ਰਭੂ ਦੇ ਗੁਣਾਂ ਦਾ ਖਜ਼ਾਨਾ ਹੈ, ਔਰ ਸਤਸੰਗ ਵਿੱਚ ਮਿਲ ਕੇ ਹੀ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ। ਗੁਰ ਪ੍ਰਸਾਦੀ ਘਟ ਚਾਨਣਾ ਆਨੇਰ ਗਵਾਇਆ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ। ਘਟ ਦਾ ਮਤਲਬ ਹਿਰਦਾ, ਸਾਡੀ ਜੋ ਮਤ ਹੈ। ਹਨੇਰ ਦਾ ਮਤਲਬ ਹਨੇਰਾ। ਸਤਸੰਗ ਵਿੱਚ ਰਿਆਂ, ਸੱਚ ਦੀ ਸੰਗਤ ਕੀਤਿਆਂ, ਗੁਰੂ ਦੀ ਕਿਰਪਾ ਨਾਲ ਹਿਰਦੇ ਦੇ ਅੰਦਰ, ਮਤ ਦੇ ਅੰਦਰ, ਸੋਚ ਦੇ ਅੰਦਰ ਸ਼ੁਭ ਗੁਣਾਂ ਦਾ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਤੇ ਮਾਇਆ ਦਾ, ਅਵਗੁਣਾਂ ਦਾ ਹਨੇਰਾ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ। ਸਤਸੰਗ ਵਿੱਚ ਰਿਆਂ, ਗੁਰੂ ਗਿਆਨ ਦਾ ਦੀਵਾ ਬਲਿਆ, ਅਗਿਆਨਤਾ ਦਾ ਹਨੇਰਾ ਮੁੱਕ ਜਾਂਦਾ ਹੈ, ਗਿਆਨ ਦਾ ਚਾਨਣਾ ਬਲ ਜਾਂਦਾ ਹੈ, ਅੰਦਰ ਸ਼ੁਭ ਗੁਣ ਪ੍ਰਗਟ ਹੋ ਜਾਂਦੇ ਨੇ, ਔਰ ਅਗਿਆਨਤਾ ਵਾਲੇ ਜਿਹੜੇ ਅਵਗੁਣ ਨੇ ਉਹ ਮਿਟ ਜਾਂਦੇ ਨੇ। ਇਸ ਤਰ੍ਹਾਂ ਹਰ ਇਨਸਾਨ ਆਪਣੀ ਜ਼ਿੰਦਗੀ ਚੋਂ ਅਗਿਆਨਤਾ ਔਰ ਅਵਗੁਣਾਂ ਦੇ ਅੰਧਕਾਰ ਨੂੰ ਮਿਟਾ ਕੇ ਆਪਣੀ ਸੋਚ ਦੇ ਅੰਦਰ ਗਿਆਨ ਔਰ ਸ਼ੁਭ ਗੁਣਾਂ ਦਾ ਚਾਨਣਾ ਪੈਦਾ ਕਰ ਸਕਦਾ ਹੈ। ਲੋਹਾ ਪਾਰਸ ਭੇਟੀਐ, ਕੰਚਨ ਹੋਏ ਆਇਆ। ਪਾਰਸ ਦਾ ਮਤਲਬ ਪਾਰਸ, ਕੰਚਨ ਦਾ ਮਤਲਬ ਸੋਨਾ। ਮਿਸਾਲ ਦੇ ਰਹੇ ਨੇ ਕਿ ਜਿਵੇਂ ਆਮ ਮਨੌਤ ਹੈ ਕਿ ਪਾਰਸ ਦੇ ਨਾਲ ਲੋਹਾ ਲਾਇਆ ਸੋਨਾ ਬਣ ਜਾਂਦਾ ਹੈ, ਐਵੇਂ ਸਤਸੰਗ ਵਿੱਚ ਜਾ ਕੇ ਗੁਰੂ ਦੇ ਚਰਨ ਪਰਸਨ ਦੇ ਨਾਲ, ਗੁਰੂ ਪਾਰਸ ਹੈ, ਸਾਡੀ ਸੋਚ ਲੋਹੇ ਵਰਗੀ ਹੈ, ਤਾਂ ਉਹ ਲੋਹੇ ਵਰਗੀ ਸੋਚ ਸ਼ੁੱਧ ਸੋਨੇ ਵਰਗੀ ਬਣ ਜਾਂਦੀ ਹੈ। ਜਦੋਂ ਕੋਈ ਗੁਰੂ ਗਿਆਨ ਦਾ ਧਾਰਨੀ ਹੁੰਦਾ ਹੈ ਤਾਂ ਉਹ ਲੋਹੇ ਤੋਂ ਸੋਨੇ ਵਰਗਾ ਬਣ ਜਾਂਦਾ ਹੈ। ਗੁਰੂ ਪਾਰਸ ਹੈ, ਗੁਰੂ ਪਾਰਸ ਨਾਲ ਮਿਲ ਕੇ ਲੋਹੇ ਵਰਗਾ ਇਨਸਾਨ ਪਾਰਸ ਵਰਗਾ ਹੋ ਜਾਂਦਾ ਹੈ। ਯਾਨੀ ਉਹਦੀ ਜਿਹੜੀ ਸੀਮਤ ਸੋਚ ਹੈ
ਉਹ ਬੜੀ ਵਿਸ਼ਾਲ ਔਰ ਬੜੀ ਕੀਮਤੀ ਸੋਚ ਬਣ ਜਾਂਦੀ ਹੈ। ਘਟੀਆ ਸੋਚ ਬੜੀ ਕੀਮਤੀ ਸੋਚ ਹੋ ਜਾਂਦੀ ਹੈ। ਉਹ ਬੜੇ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ। ਨਾਨਕ ਸਤਿਗੁਰ ਮਿਲਿਆ, ਨਾਉ ਪਾਈ ਹੈ, ਮਿਲ ਨਾਮ ਧਿਆਇਆ। ਸਤਿਗੁਰ ਮਿਲੇ ਦਾ ਮਤਲਬ ਜੇ ਗੁਰੂ ਮਿਲ ਪਏ, ਤੇ ਮਿਲ ਦਾ ਮਤਲਬ ਮਿਲ ਕੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਨਾਨਕ, ਜੇ ਸਤਿਗੁਰੂ ਮਿਲ ਪਏ ਤੇ ਗੁਰੂ ਦੀ ਛੋਹ ਦੇ ਨਾਲ ਨਾਉ ਪਾਈਏ, ਸਾਨੂੰ ਹੁਕਮ ਮਿਲ ਜਾਂਦਾ ਹੈ, ਹੁਕਮ ਦੀ ਸੂਝ ਮਿਲ ਜਾਂਦੀ ਹੈ। ਨਾਉ ਪਾਈਏ ਦਾ ਮਤਲਬ ਹੁਕਮ ਦੀ ਸਮਝ ਮਿਲ ਜਾਂਦੀ ਹੈ, ਹੁਕਮ ਦਾ ਗਿਆਨ ਮਿਲ ਜਾਂਦਾ ਹੈ, ਰੱਬੀ ਸਿਫਤ ਸਲਾਹ ਮਿਲ ਜਾਂਦੀ ਹੈ। ਮਿਲ ਨਾਮ ਧਿਆਈਏ, ਤੇ ਗੁਰੂ ਨੂੰ ਮਿਲ ਕੇ ਨਾਮ ਧਿਆਈਏ ਦਾ ਮਤਲਬ ਹੁਕਮ ਦੇ ਵਿੱਚ ਆਪਣਾ ਧਿਆਨ ਜੋੜ ਲਈਦਾ ਹੈ। ਧਿਆਨ ਦੇ ਵਿੱਚ ਹੁਕਮ ਵਸ ਜਾਂਦਾ ਹੈ, ਹੁਕਮ ਧਿਆਨ ਦੇ ਵਿੱਚ ਵਸ ਜਾਂਦਾ ਹੈ, ਔਰ ਧਿਆਨ ਹੁਕਮ ਦੇ ਨਾਲ ਲੱਗਾ ਰਹਿੰਦਾ ਹੈ। ਯਾਨੀ ਸਤ ਸੰਗਤ ਵਿੱਚ ਜੇ ਗੁਰੂ ਮਿਲ ਪਏ, ਗੁਰੂ ਦੇ ਮਿਲਾਪ ਦੀ ਛੂਹ ਦੇ ਨਾਲ, ਗੁਰੂ ਗਿਆਨ ਸਦਕਾ ਹੁਕਮ ਦੀ ਸਮਝ ਪੈਂਦੀ ਹੈ, ਔਰ ਗੁਰੂ ਨੂੰ ਮਿਲ ਕੇ ਨਾਮ ਦੇ ਅੰਦਰ, ਹੁਕਮ ਦੇ ਅੰਦਰ ਲਗਨ ਲੱਗ ਜਾਂਦੀ ਹੈ। ਜਿਨ ਕੈ ਪੋਤੈ ਪੁੰਨ ਹੈ, ਤਿਨੀ ਦਰਸ਼ਨ ਪਾਇਆ। ਪੋਤੇ ਦਾ ਮਤਲਬ ਹੁੰਦਾ ਹੈ ਖਜ਼ਾਨਾ, ਪੋਤ ਦਾ ਮਤਲਬ ਖਜ਼ਾਨਾ। ਜਿਨ ਕੇ ਪੋਤੇ ਪੁੰਨ ਹੈ, ਪੁੰਨ ਦਾ ਮਤਲਬ ਨੇਕੀ, ਨੇਕ ਕਰਮ, ਨੇਕ ਸੰਸਕਾਰ। ਤਿਨੀ ਦਰਸ਼ਨ ਪਾਇਆ। ਹੁਣ ਜਿਨ ਕੇ ਪੋਤੇ, ਜਿਨ੍ਹਾਂ ਦੇ ਪੱਲੇ, ਜਿਨ੍ਹਾਂ ਦੇ ਅੰਦਰ, ਪੁੰਨ ਦਾ ਮਤਲਬ ਨੇਕੀਆਂ ਦੇ ਬੀਜ ਨੇ, ਜਿਨ੍ਹਾਂ ਨੇ ਆਪਣੇ ਅੰਦਰ ਸ਼ੁਭ ਸੰਸਕਾਰ ਪੈਦਾ ਕੀਤੇ ਨੇ। ਤਿਨੀ ਦਰਸ਼ਨ ਪਾਇਆ, ਉਹ ਦਰਸ਼ਨ ਪਾ ਲੈਂਦੇ ਨੇ। ਜਿਨ੍ਹਾਂ ਦੇ ਅੰਦਰ ਭਲਾਈ ਮੌਜੂਦ ਹੈ, ਉਹ ਦਰਸ਼ਨ ਦੀ ਪ੍ਰਾਪਤੀ ਕਰ ਲੈਂਦੇ ਨੇ, ਉਹਨਾਂ ਨੂੰ ਰੱਬ ਦਾ ਦਰਸ਼ਨ ਹੁੰਦਾ ਹੈ। ਉਹ ਹਰ ਇਨਸਾਨ ਦੇ ਵਿੱਚ ਰੱਬ ਨੂੰ ਵੇਖਦੇ ਨੇ, ਉਹਨਾਂ ਨੂੰ ਇਹ ਸਾਰਾ ਸੰਸਾਰ ਰੱਬ ਦਾ ਰੂਪ ਨਜ਼ਰੀ ਪੈਂਦਾ ਹੈ। ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਉਹਨਾਂ ਨੂੰ ਸਮਝ ਪੈ ਜਾਂਦੀ ਹੈ, ਜੇ ਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਹਾਰੇ। ਉਹ ਫਿਰ ਇਸਤਰੀਆਂ ਪੁਰਸ਼ਾਂ ਇਨਸਾਨਾਂ ਦੇ ਵਿੱਚੋਂ ਰੱਬ ਦੇ ਦਰਸ਼ਨ ਕਰਦਾ ਹੈ, ਆਪਣੇ ਅੰਦਰੋਂ ਰੱਬੀ ਗੁਣਾਂ ਨੂੰ ਵੇਖਦਾ ਹੈ। ਉਹ ਫਿਰ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਦਾ ਹੈ। ਸ਼ਲੋਕ ਮਹਿਲਾ ਪਹਿਲਾ। ਤ੍ਰਿਗ ਤਿਨਾ ਕਾ ਜੀਵਿਆ, ਜੇ ਲਿਖ ਲਿਖ ਵੇਚੈ ਨਾਉ। ਇਸ ਸ਼ਲੋਕ ਦੇ ਅੰਦਰ ਜਿਹੜੇ ਪੜ੍ਹੇ ਨੇ, ਅਕਲਵੰਦ ਨੇ, ਮੁੱਲਾ ਮੁਲਾਣੇ ਪੰਡਿਤ ਨੇ, ਪੁਜਾਰੀ ਨੇ, ਜਾਂ ਹੁਣ ਅੱਜ ਕੱਲ ਵਿੱਚ ਅਸੀਂ ਭਾਈ ਗ੍ਰੰਥੀ ਵੀ ਸ਼ਾਮਲ ਹਾਂ, ਪੜ੍ਹਿਆਂ, ਅਕਲਵਾਨਾਂ, ਮੁਲਾਣਿਆਂ, ਪੰਡਤਾਂ ਦੀ ਜ਼ਿੰਦਗੀ ਉੱਤੇ ਇੱਕ ਨਜ਼ਰ ਮਾਰ ਰਹੇ ਨੇ, ਔਰ ਸਮਝਾ ਰਹੇ ਨੇ ਕਿ ਜਿਹੜੇ ਪੈਸੇ ਲੈਣ ਖਾਤਰ ਲੋਕਾਂ ਨੂੰ ਤਵੀਤ ਔਰ ਜੰਤਰ ਮੰਤਰ ਲਿਖ ਕੇ ਦਿੰਦੇ ਨੇ ਜਾਂ ਦਿੰਦੇ ਸਨ, ਉਹਨਾਂ ਨੂੰ ਵਿਦਵਾਨ ਹੋਣ ਦਾ ਅਸਲ ਭਾਵ ਦੱਸ ਰਹੇ ਨੇ, ਔਰ ਆਮ ਲੁਕਾਈ ਨੂੰ ਸਮਝਾ ਰਹੇ ਨੇ ਕਿ ਵਿਦਵਤਾ ਜਾਂ ਅਕਲ ਕਿਹਨੂੰ ਕਹਿੰਦੇ ਨੇ। ਤੇ ਨਾਲ ਦੱਸਦੇ ਨੇ ਕਿ ਅਸਲ ਵਿਦਿਆ ਔਰ ਅਸਲ ਅਕਲ ਜਾਂ ਅਕਲ ਵਾਲਾ ਉਹਨੂੰ ਕਿਹਾ ਜਾਂਦਾ ਹੈ, ਉਸ ਵਿਦਿਆ ਨੂੰ, ਜਿਹੜੀ ਵਿਦਿਆ, ਜਿਹੜੀ ਅਕਲ ਸਾਨੂੰ ਰੱਬ ਨਾਲ ਜੋੜੇ, ਸ਼ੁਭ ਗੁਣਾਂ ਦੇ ਨਾਲ ਜੋੜੇ। ਹਰ ਗੱਲ ਨੂੰ ਸਮਝ ਕੇ ਚੱਲਣ ਦੇ ਨਾਲ ਮੁਲਕ ਵਿੱਚੋਂ ਭੁੱਖ ਨੰਗ ਨੂੰ ਦੂਰ ਕਰੇ, ਸਮਾਜ ਵਿੱਚੋਂ ਬੁਰਾਈਆਂ ਨੂੰ ਮਿਟਾਏ, ਸਮਾਜ ਦੇ ਲੋਕਾਂ ਨੂੰ ਸਿੱਧੇ ਰਾਹ ਤੇ ਤੁਰਨ ਦੀ ਅਕਲ ਦੇਵੇ, ਔਰ ਇਸ ਸੰਸਾਰ ਤੋਂ ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਹੋਣ, ਇਨਸਾਨ ਦੇ ਅੰਦਰ ਇਨਸਾਨੀਅਤ ਪੈਦਾ ਹੋਵੇ, ਰੱਬੀ ਰਜ਼ਾ ਵਿੱਚ ਲੋਕ ਤੁਰ ਸਕਣ। ਜਿਹੜਾ ਬੰਦਾ ਇਹ ਸਿੱਖਿਆ ਦਿੰਦਾ ਹੈ, ਉਸ ਅਕਲ ਨੂੰ ਸਹੀ ਅਕਲ ਸਮਝਣਾ ਚਾਹੀਦਾ ਹੈ ਕਿ ਇਹ ਬੰਦਾ ਅਕਲਵਾਨ ਹੈ, ਇਹ ਅਕਲ ਠੀਕ ਹੈ। ਤੇ ਜਿਹੜੀ ਅਕਲ, ਜਿਹੜੀ ਵਿਦਿਆ ਰੱਬੀ ਰਜ਼ਾ ਤੋਂ ਉਲਟ, ਲਾ ਆਫ ਨੇਚਰ ਤੋਂ ਉਲਟ ਕੁਝ ਸਿਖਾਵੇ, ਉਹ ਅਕਲ ਨਹੀਂ, ਉਹ ਸ਼ੈਤਾਨੀਅਤ ਹੁੰਦੀ ਹੈ। ਉਹ ਲੋਕ ਅਕਲਵਾਨ ਨਹੀਂ, ਉਹ ਸ਼ੈਤਾਨ ਹੁੰਦੇ ਨੇ, ਔਰ ਉਹ ਸ਼ੈਤਾਨੀਅਤ ਔਰ ਹੈਵਾਨੀਅਤ ਦਾ ਅੱਡਾ ਬਣ ਜਾਂਦੇ ਨੇ। ਇਹ ਚੀਜ਼ ਇਸ ਸ਼ਲੋਕ ਵਿੱਚ ਸਾਨੂੰ ਸਮਝਾ ਰਹੇ ਨੇ। ਤ੍ਰਿਗ ਤਿਨਾ ਕਾ ਜੀਵਿਆ, ਜੇ ਲਿਖ ਲਿਖ ਵੇਚੈ ਨਾਉ। ਜੇ ਦਾ ਮਤਲਬ ਜਿਹੜੇ ਮਨੁੱਖ, ਨਾਉ ਦਾ ਮਤਲਬ ਤਵੀਤ ਤੇ ਜੰਤਰ ਮੰਤਰ ਆਦਿਕ ਦੀ ਸ਼ਕਲ ਵਿੱਚ ਜੋ ਪ੍ਰਭੂ ਦੇ ਨਾਮ ਨੂੰ, ਗੁਣਾਂ ਨੂੰ ਲਿਖ ਲਿਖ ਕੇ ਵੇਚਦੇ ਨੇ।
ਜੋ ਮਨੁੱਖ ਪ੍ਰਭੂ ਦਾ ਨਾਮ ਤਵੀਤ ਔਰ ਜੰਤਰ ਮੰਤਰ ਆਦਿਕ ਦੀ ਸ਼ਕਲ ਵਿੱਚ ਲਿਖ ਕੇ ਵੇਚਦੇ ਨੇ, ਉਹਨਾਂ ਦੇ ਜੀਵਨ ਨੂੰ ਲਾਹਨਤ ਹੈ। ਤ੍ਰਿਗ ਲਾਹਨਤ ਉਹਨਾਂ ਦੇ ਜੀਵਨ ਨੂੰ। ਤੁਸੀਂ ਦੇਖਿਆ ਹੋਵੇਗਾ ਪਿੰਡਾਂ ਦੇ ਅੰਦਰ ਅੱਜ ਕੱਲ ਤਾਂ ਇਹ ਚਲਨ ਘਟ ਗਿਆ, ਲੇਕਿਨ ਹਾਲੇ ਵੀ ਹੈ, ਬਹੁਤ ਹੈ, ਹਾਲੇ ਵੀ ਹੈ। ਪੜ੍ਹੇ ਲਿਖੇ ਲੋਕ ਇਸ ਚੱਕਰ ਵਿੱਚ ਪਏ ਨੇ। ਬਾਬਿਆਂ ਦੇ ਕੋਲ ਜਾਓ ਨਾ, ਉਹ ਤੁਹਾਨੂੰ ਤਵੀਤ ਦਿੰਦੇ ਨੇ ਕਿ ਇਹ ਤਵੀਤ ਲੈ ਜਾਓ। ਉਹ ਕੁਛ ਲਿਖ ਦਿੰਦੇ ਨੇ, ਇਹਨੂੰ ਪਾਣੀ ਵਿੱਚ ਘੋਲ ਕੇ ਬੱਚੇ ਨੂੰ ਪਿਆ ਦਿਓ, ਜਾਂ ਕਿਸੇ ਨੂੰ ਰੋਟੀ ਵਿੱਚ ਪਾ ਕੇ ਖਵਾ ਦਿਓ, ਜਾਂ ਕਹਿੰਦੇ ਨੇ ਇਸ ਤਵੀਤ ਨੂੰ ਗਲ ਦੇ ਵਿੱਚ ਪਾ ਲਿਓ। ਮੈਂ ਨਾ ਇੱਥੇ ਗ੍ਰੰਥੀ ਦੀ ਡਿਊਟੀ ਕਰਦਾ ਸੀ, ਤੇ ਪ੍ਰਸ਼ਾਦੇ ਉਦੋਂ ਇਕੱਠੇ ਕਰਕੇ ਘਰਾਂ ਚੋਂ ਲਿਆਈਦੇ ਸੀ। ਮੈਂ ਖੁਦ ਆਪਣੇ ਜੀਵਨ ਦੀ ਗੱਲ ਦੱਸ ਰਿਹਾ। ਪ੍ਰਸ਼ਾਦੇ ਇਕੱਠੇ ਕਰਨ ਵਾਸਤੇ ਮੈਂ ਗਿਆ ਸੀ, ਤੇ ਪ੍ਰਸ਼ਾਦੇ ਲੈ ਕੇ ਆਏ, ਤੇ ਸਾਡੇ ਘਰ ਸਾਡੀ ਰਿਸ਼ਤੇਦਾਰ ਇੱਕ ਬੀਬੀ ਆਈ ਸੀ, ਸਾਡੇ ਚਾਚੇ ਦੀ ਨੂੰਹ ਸੀ, ਤੇ ਅਸੀਂ ਪ੍ਰਸ਼ਾਦੇ ਉਹ ਦਿੱਤੇ, ਤੇ ਪ੍ਰਸ਼ਾਦੇ ਬੜੇ ਸੋਹਣੇ ਚੋਪੜੇ ਸੀ, ਤੇ ਉਹਨੂੰ ਅਸੀਂ ਉਹ ਪ੍ਰਸ਼ਾਦੇ ਦਿੱਤੇ। ਤੇ ਉਹ ਅੱਗੋਂ ਮਜ਼ਾਕ ਕਰਨ ਲੱਗ ਗਈ, ਐਵੇਂ ਤੁਸੀਂ ਬਾਬੇ ਥੋੜੀ ਬਣੇ ਹੋ, ਵੇਖਾ ਕਿੰਨੇ ਚੋਪੜੇ ਚੋਪੜੇ ਪ੍ਰਸ਼ਾਦੇ ਹੁੰਦੇ ਨੇ, ਸੋਹਣੇ ਸੋਹਣੇ। ਉਹਨੇ 2 ਗਰਾਈਆਂ ਖਾਧੀਆਂ, ਜਦੋਂ ਤੀਜੀ ਗਰਾਈ ਖਾਧੀ ਤੇ ਗਰਾਈ ਦੇ ਵਿੱਚੋਂ ਤਵੀਤ ਨਿਕਲ ਆਇਆ ਰੋਟੀ ਚੋਂ। ਸਾਡੇ ਆਪਣੀ ਗੱਲ ਹੈ ਕਰ, ਜਦੋਂ ਵਿੱਚੋਂ ਤਵੀਤ ਨਿਕਲਿਆ, ਉਹ ਲਿਖਿਆ ਸੀ ਉੱਤੇ ਕੁਛ, ਵੇ ਮਰ ਜਾਓ ਤੁਸੀਂ, ਆ ਤੁਹਾਡਾ ਸਿਆਪਾ ਫਲਾਣਾ ਢਿੰਗੜਾ। ਉਹਨੇ ਮਤਲਬ ਐਵੇਂ ਕਰਨ ਲੱਗ ਗਈ। ਹਕੀਕਤ ਹੈ। ਚਲੋ ਮੈਂ ਉਹ ਤਵੀਤ ਜਿਹਾ ਤੇ ਮੈਂ ਤੇ ਜੇਬ ਵਿੱਚ ਪਾ ਲਿਆ। ਮੈਂ ਕਿਹਾ ਕੁਛ ਨਹੀਂ ਹੁੰਦਾ। ਉੱਥੇ ਇੱਕ ਪੰਡਤ ਜਿਹਾ ਆਉਂਦਾ ਸੀ, ਉਹ ਕਿਸੇ ਨੂੰ ਦੇ ਗਿਆ ਹੋਣਾ, ਤੇ ਉਹ ਬੀਬੀ ਨੇ ਪਾਣਾ ਸੀ ਆਪਣੇ ਘਰ ਵਾਲੇ ਨੂੰ, ਰੋਟੀਆਂ ਉਹਨੂੰ ਦੇਣੀਆਂ ਸੀ। ਉਹ ਕੁਦਰਤੀ ਉਹ ਸਾਡੇ ਕੋਲ ਆ ਗਈਆਂ, ਕੀ ਜਿਸ ਤਰ੍ਹਾਂ ਵੀ ਹੋਇਆ। ਖੈਰ ਉਹ ਤੇ ਕੰਮ ਗਿਆ ਮੁੱਕ। ਤੇ ਉਹ ਸਾਡੇ ਚਾਚੇ ਦੀ ਨੂੰਹ ਹੈ ਵਿਚਾਰੀ, ਉਹ ਹੁਣ ਜਦੋਂ ਵਡੇਰੀ ਹੋਈ, ਉਹਦੇ ਗੋਡਿਆਂ 'ਚ ਪੀੜ ਹੋਵੇ, ਉਹਨੂੰ ਅੱਜ ਤੱਕ ਸ਼ੱਕ ਹੈ ਵੀ ਉਹਨਾਂ ਤਵੀਤਾਂ ਕਰਕੇ ਮੇਰੇ ਗੋਡਿਆਂ 'ਚ ਪੀੜ ਹੁੰਦੀ। ਤਾਂ ਇਹਦੀ ਇਹਨਾਂ ਚੀਜ਼ਾਂ ਦਾ ਜ਼ਿਕਰ ਕਰ ਰਹੇ ਨੇ ਕਿ ਲਾਨਤ ਹੈ ਉਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਜੋ ਲੋਕਾਂ ਦੇ ਅੰਦਰ ਐਸੇ ਵਹਿਮ ਔਰ ਭਰਮ ਪਾਉਂਦੇ ਨੇ। ਲਾਨਤ ਹੈ ਜ਼ਿੰਦਗੀ ਨੂੰ। ਅੱਜ ਵੀ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਤਵੀਤਾਂ ਦੇ ਉੱਤੇ ਲਿਖ ਕੇ ਦਿੰਦੇ ਨੇ। ਤੇ ਦੂਜੀ ਅਫਸੋਸ ਵਾਲੀ ਗੱਲ ਹੈ ਕਿ ਅਸੀਂ ਵੀ ਇਸ ਚੀਜ਼ ਤੋਂ ਨਹੀਂ ਬਚੇ। ਅਸੀਂ ਵੀ ਕਈ ਥਾਵਾਂ ਤੇ ਵੇਖਦੇ ਹਾਂ ਕਿ ਬਾਬੇ ਸ਼ਬਦ ਲਿਖ ਕੇ ਦੇ ਦਿੰਦੇ ਨੇ ਕਿ ਇਹ ਸ਼ਬਦ ਲਿਖ ਕੇ ਤੇ ਬੱਚੇ ਦੇ ਗਲ ਵਿੱਚ ਪਾ ਦਿਆ ਜੇ। ਲਾਨਤ ਹੈ ਐਸੀ ਜ਼ਿੰਦਗੀ ਨੂੰ। ਕਈ ਹੋਰ ਲੋਕ ਵੇਖੇ ਨੇ ਤੁਸੀਂ ਨਾ, ਕਈ ਵਾਰੀ ਨਿਸ਼ਾਨ ਸਾਹਿਬ ਬਦਲੀਏ, ਤੇ ਕਈ ਲੋਕ ਉਥੋਂ ਲੈ ਜਾਂਦੇ ਨੇ ਛੋਟੀ ਟਾਕੀ, ਤੇ ਉਹਨੂੰ ਤਵੀਤ ਦੇ ਵਿੱਚ ਪਾ ਲੈਂਦੇ ਨੇ। ਤਾਂ ਇਹ ਸਾਰਾ ਵਹਿਮ ਔਰ ਭਰਮ ਹੈ। ਇਧਰ ਧਿਆਨ ਦੇਣ ਦੀ ਲੋੜ ਹੈ। ਗੁਰੂ ਜੀ ਕਹਿੰਦੇ ਨੇ ਉਹ ਵਿਦਿਆ ਕੈਸੀ ਹੋਈ, ਉਹ ਅਕਲ ਕੈਸੀ ਹੋਈ। ਲਾਨਤ ਹੈ ਉਹਨਾਂ ਦੀ ਜ਼ਿੰਦਗੀ ਨੂੰ ਜੋ ਰੱਬ ਦੇ ਨਾਮ ਨੂੰ ਤਵੀਤਾਂ ਦੇ ਉੱਤੇ ਲਿਖ ਕੇ, ਤਵੀਤਾਂ ਦੀ ਸ਼ਕਲ ਵਿੱਚ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਔਰ ਲੋਕਾਂ ਦਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਕਰ ਰਹੇ ਨੇ, ਔਰ ਲੋਕਾਂ ਨੂੰ ਅਸਲੀਅਤ ਤੋਂ ਤੋੜ ਕੇ ਵਹਿਮ ਭਰਮ ਪੈਦਾ ਕਰ ਰਹੇ ਨੇ, ਡਰ ਪੈਦਾ ਕਰ ਰਹੇ ਨੇ। ਲਾਨਤ ਹੈ ਐਸੀ ਜ਼ਿੰਦਗੀ। ਖੇਤੀ ਜਿਨ ਕੀ ਉਜੜੈ, ਖਲਵਾੜੇ ਕਿਆ ਥਾਉ। ਖਲਵਾੜਾ ਕਹਿੰਦੇ ਨੇ ਜਿੱਥੇ ਕਣਕ ਜਾਂ ਝੋਨਾ ਆਦਿਕ ਵੱਢ ਕੇ ਫਸਲ ਤੇ ਇਕੱਠੀ ਕਰੀ ਦੀ ਨਾ, ਇੱਕ ਜਗ੍ਹਾ ਤੇ ਕਣਕ, ਛੋਲੇ, ਜੌਂ, ਜਿਹੜੀ ਵੀ ਫਸਲ ਹੈ ਉਹ ਇਕੱਠੀ ਕਰ ਲਈ ਇੱਕ ਜਗ੍ਹਾ ਤੇ, ਫਿਰ ਉਹਨੂੰ ਫਲਿਆਂ ਦੇ ਨਾਲ ਗਾਹ ਕੇ ਤੇ ਤੂੜੀ ਔਰ ਫਸਲ ਅਲੱਗ ਕੀਤੀ ਜਾਂਦੀ ਸੀ। ਉਹਨੂੰ ਖਲਵਾੜਾ ਕਹਿੰਦੇ ਨੇ, ਜਿੱਥੇ ਸਾਰੀ ਫਸਲ ਇਕੱਠੀ ਕੀਤੀ ਜਾਏ। ਹੁਣ ਜਿਹੜੇ ਬੰਦੇ ਦੀ ਖੇਤੀ ਹੀ ਉੱਜੜ ਜਾਏ, ਮੰਨ ਲਓ ਸਪੋਜ਼ ਕਣਕ ਬੀਜੀ, ਤੇ ਕਣਕ ਬੀਜਣ ਲੱਗਿਆ ਉਹਨੂੰ ਪਾਣੀ ਵਗੈਰਾ ਨਾ ਦਿੱਤਾ, ਕਣਕ ਥੋੜੀ ਜਿਹੀ ਹੋਰ ਵੱਡੀ ਹੋਈ, ਉਹਨੂੰ ਜਾਨਵਰਾਂ ਤੋਂ ਰਾਖੀ ਨਾ ਕੀਤੀ, ਕੁਛ ਮੱਝਾਂ ਗਾਵਾਂ ਅਵਾਰਾ ਖਾ ਗਈਆਂ, ਸਿੱਟੇ ਲੱਗੇ, ਥੋੜੇ ਬਹੁਤੇ ਜਿਹੜੇ ਬੱਚੇ, ਉਹਨਾਂ ਨੂੰ ਜਾਨਵਰਾਂ ਨੂੰ ਨਾ ਡਾਇਆ, ਉਹ ਕਾਂ ਵਗੈਰਾ ਚੁੱਕ ਗਏ, ਚਿੜੀਆਂ, ਤੇ ਜਿਨ੍ਹਾਂ ਦੀ ਖੇਤੀ ਹੀ ਉੱਜੜ ਗਈ, ਖਲਵਾੜੇ ਵਿੱਚ ਹੁਣ ਕੀ ਪਾਣਗੇ? ਉਹਨਾਂ ਦੇ ਖਲਵਾੜੇ ਵਿੱਚ ਕੀ ਹੋਏਗਾ? ਕੁਛ ਵੀ ਨਾ। ਗੁਰੂ ਜੀ ਕਹਿੰਦੇ ਨੇ ਐਸੇ ਕੰਮ ਕਰਨ ਦੇ ਨਾਲ ਜਿਨ੍ਹਾਂ ਦੀ ਖੇਤੀ ਉੱਜੜਦੀ ਜਾ ਰਹੀ ਹੈ, ਉਹਨਾਂ ਦੇ ਅੰਦਰ ਕੀ ਬਚੇਗਾ? ਕੁਛ ਵੀ ਨਹੀਂ। ਉਹਨਾਂ ਦੇ ਅੰਦਰ ਸ਼ੁਭ ਗੁਣ ਕੀ ਬਚਣਗੇ? ਉਹ ਆਤਮਿਕ ਜੀਵਨ ਦਾ ਢੇਰ ਕਿੱਥੇ ਲਾਣਗੇ? ਉਹਨਾਂ ਦੇ ਜੀਵਨ ਅੰਦਰ ਸੁਖ ਸ਼ਾਂਤੀ ਕਿੱਥੇ ਪੈਦਾ ਹੋਏਗੀ? ਉਹਨਾਂ ਦੀ ਜ਼ਿੰਦਗੀ ਵਿੱਚ ਇਨਸਾਨੀਅਤ ਕਿੱਥੇ ਪੈਦਾ ਹੋਏਗੀ? ਜਿਹੜੇ ਐਸੇ ਕਰਮ ਕਰ ਰਹੇ ਨੇ, ਉਹਨਾਂ ਦੀ ਜ਼ਿੰਦਗੀ ਦਾ ਸਿੱਟਾ ਚੰਗਾ ਨਹੀਂ ਨਿਕਲੇਗਾ। ਐਸੇ ਕਰਮਾਂ ਦਾ ਸਿੱਟਾ ਮਾੜਾ ਨਿਕਲੇਗਾ, ਜੀਵਨ ਬਰਬਾਦ ਹੋ ਜਾਏ। ਸੱਚੇ ਸਰਮੇ ਬਾਹਰੇ, ਅੱਗੇ ਲਹਿ ਨਾ ਦਾਦ। ਦਾਦ ਦਾ ਮਤਲਬ ਕਦਰ, ਸ਼ਾਬਾਸ਼। ਕਹਿੰਦੇ ਨਾ ਮੈਂ ਦਾਦ ਦਿੰਨਾ, ਫਲਾਂ ਬੰਦੇ ਦੀ ਕਦਰ ਕਰਦਾ, ਸ਼ਾਬਾਸ਼ ਦਿੰਦਾ। ਸੱਚੇ ਸਰਮੇ ਬਾਹਰੇ,
ਇਹਦੇ ਅਰਥ ਦੋ ਤਰ੍ਹਾਂ ਕੀਤੇ ਨੇ। ਸੱਚੇ ਦਾ ਮਤਲਬ ਸੱਚ ਤੇ ਸ਼ਰਮ ਦਾ ਮਤਲਬ ਮਿਹਨਤ। ਜਿਨ੍ਹਾਂ ਨੇ ਸੱਚੀ ਮਿਹਨਤ ਨਹੀਂ ਕੀਤੀ, ਜੋ ਸਹੀ ਮਿਹਨਤ ਤੋਂ ਬਿਨਾਂ ਨੇ, ਅੱਗੇ ਲਹਿਨਾਦਾਦ ਆਉਣ ਵਾਲੇ ਸਮੇਂ ਦੇ ਅੰਦਰ ਉਹਨਾਂ ਦੀ ਕਦਰ ਨਹੀਂ ਹੋਵੇਗੀ। ਅੱਗੇ ਦਾ ਮਤਲਬ ਫਿਊਚਰ ਅੰਦਰ। ਜਿਹੜੇ ਹੁਣ ਲੋਕ ਸੱਚੀ ਮਿਹਨਤ ਨਹੀਂ ਕਰ ਰਹੇ, ਉਹਨਾਂ ਨੂੰ ਆਉਣ ਵਾਲੇ ਜੀਵਨ ਵਿੱਚ ਸ਼ਾਬਾਸ਼ੀ ਨਹੀਂ ਮਿਲੇਗੀ। ਦੂਜਾ ਮੀਨਿੰਗ ਕੀਤਾ ਹੈ ਸੱਚ ਔਰ ਸ਼ਰਮ। ਸ਼ਰਮ ਦਾ ਮਤਲਬ ਉਦਮ, ਮੀਨਿੰਗ ਉੱਥੇ ਆ ਜਾਂਦਾ ਇੱਕੋ ਜਗ੍ਹਾ ਤੇ। ਜਿਨ੍ਹਾਂ ਨੇ ਸੱਚ ਵਾਸਤੇ ਉਦਮ ਨਹੀਂ ਕੀਤਾ, ਸੱਚੀ ਜ਼ਿੰਦਗੀ ਲਈ ਉਦਮ ਨਹੀਂ ਕੀਤਾ, ਜਿਨ੍ਹਾਂ ਨੇ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਹੋਣ ਲਈ ਉਦਮ ਨਹੀਂ ਕੀਤਾ, ਅੱਗੇ ਲਹਿਨਾਦਾਦ ਆਉਣ ਵਾਲੇ ਸਮੇਂ ਦੇ ਅੰਦਰ ਉਹਨਾਂ ਨੂੰ ਕਦਰ ਨਹੀਂ ਮਿਲੇਗੀ, ਉਹ ਰੱਬੀ ਹਜ਼ੂਰੀ ਵਿੱਚ ਮਾਨ ਨਹੀਂ ਪਾਣਗੇ। ਅਕਲ ਇਹ ਨਾ ਆਖੀਐ, ਅਕਲ ਗਵਾਈਐ ਬਾਦ। ਬਾਦ ਦਾ ਮਤਲਬ ਵਿਅਰਥ, ਫਜ਼ੂਲ ਝਗੜਿਆਂ ਵਿੱਚ। ਗੁਰੂ ਜੀ ਕਹਿੰਦੇ ਨੇ ਅਕਲ ਇਸ ਚੀਜ਼ ਨੂੰ ਨਹੀਂ ਕਿਹਾ ਜਾਂਦਾ, ਅਕਲ ਇਸ ਚੀਜ਼ ਨੂੰ ਨਹੀਂ ਕਿਹਾ ਜਾਂਦਾ ਕਿ ਅਕਲ ਨੂੰ ਵਿਅਰਥ ਗਵਾ ਲਈਏ। ਅਕਲ ਵਿਅਰਥ ਗਵਾ ਲੈਣਾ, ਇਹਨੂੰ ਅਕਲ ਨਹੀਂ ਕਿਹਾ ਜਾ ਸਕਦਾ। ਗਿਆਨ ਤੇ ਹੈ, ਪਰ ਉਸ ਗਿਆਨ ਨੂੰ ਪੁੱਠੇ ਕੰਮਾਂ ਵਿੱਚ ਗਵਾ ਲੈਣਾ, ਇਹਨੂੰ ਗਿਆਨ ਨਹੀਂ ਕਿਹਾ ਜਾ ਸਕਦਾ, ਇਹਨੂੰ ਅਕਲ ਨਹੀਂ ਕਿਹਾ ਜਾ ਸਕਦਾ। ਕਿ ਅਕਲ ਨੂੰ ਮਿਸਯੂਜ਼ ਕਰੇ, ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਏ, ਲੋਕਾਂ ਨੂੰ ਤਵੀਤਾਂ ਟੂਣਿਆਂ ਦੇ ਚੱਕਰ ਵਿੱਚ ਪਾ ਦੇਵੇ, ਲੋਕਾਂ ਦੇ ਅੰਦਰ ਅੰਧ ਵਿਸ਼ਵਾਸ ਪੈਦਾ ਕਰੇ, ਲੋਕਾਂ ਦਾ ਇਮੋਸ਼ਨਲ ਬਲੈਕਮੇਲ ਕਰੇ, ਇਹਨੂੰ ਅਕਲ ਥੋੜੀ ਕਿਹਾ ਜਾਂਦਾ। ਇਹ ਅਕਲ ਥੋੜੀ ਕਿ ਅਕਲ ਨੂੰ ਐਵੇਂ ਵਿਅਰਥ ਝਗੜਿਆਂ ਦੇ ਵਿੱਚ ਗਵਾਏ, ਅਕਲ ਨੂੰ ਐਵੇਂ ਜ਼ਿੰਦਗੀ ਨੂੰ ਬਰਬਾਦ ਕਰਨ ਦੇ ਅੰਦਰ ਆਪਣੀ ਅਕਲ ਨੂੰ ਯੂਜ਼ ਕਰੇ, ਇਹਨੂੰ ਅਕਲ ਨਹੀਂ ਕਿਹਾ ਜਾਂਦਾ। ਅਕਲ ਉਹਨੂੰ ਕਿਹਾ ਜਾਂਦਾ ਹੈ ਜਿਹੜੀ ਅਕਲ ਸਾਨੂੰ ਸਹੀ ਪਾਸੇ ਲੈ ਕੇ ਜਾਏ, ਸੱਚ ਦੇ ਨਾਲ ਜੋੜੇ, ਸਮਾਜ ਵਿੱਚੋਂ ਬੁਰਾਈਆਂ ਨੂੰ ਖਤਮ ਕਰੇ। ਅਕਲ ਕਿਹਨੂੰ ਕਹਿੰਦੇ ਨੇ? ਅਕਲੀ। ਅਕਲੀ ਦਾ ਮਤਲਬ ਅਕਲ ਦਾ ਮਾਲਕ, ਅਕਲ ਵਾਲਾ। ਕਿਹਨੂੰ ਕਿਹਾ ਜਾਂਦਾ ਹੈ? ਅਕਲੀ ਸਾਹਿਬ ਸੇਵੀਐ। ਅਕਲ ਵਾਲਾ ਉਹਨੂੰ ਕਿਹਾ ਜਾਂਦਾ ਹੈ, ਜਾਂ ਅਕਲ ਇਹ ਹੈ ਸਾਹਿਬ ਸੇਵੀਏ, ਰੱਬ ਦੇ ਹੁਕਮ ਵਿੱਚ ਤੁਰੀਏ, ਰੱਬੀ ਸਿਫਤ ਸਲਾਹ ਕਰੀਏ, ਮਨ ਬਚਨ ਕਰਮ ਕਰਕੇ ਗੁਣਾਂ ਦਾ ਧਾਰਨੀ ਜਿਹੜਾ ਹੁੰਦਾ ਉਹ ਬੰਦਾ ਅਕਲ ਵਾਲਾ ਹੈ। ਅਕਲ ਨੂੰ ਇਸ ਵਾਸਤੇ ਯੂਜ਼ ਕਰਨਾ ਚਾਹੀਦਾ ਹੈ, ਰੱਬੀ ਰਜ਼ਾ ਨੂੰ ਸਮਝਣ ਵਾਸਤੇ, ਰੱਬੀ ਰਜ਼ਾ ਵਿੱਚ ਤੁਰਨਾ ਚਾਹੀਦਾ ਹੈ। ਅਕਲ ਇਹ ਹੈ ਅਸਲ। ਅਕਲੀ ਪਾਈਐ ਮਾਨ। ਅਕਲ ਵਾਲਾ ਉਹਨੂੰ ਕਹਿੰਦੇ ਨੇ ਜਿਹੜਾ ਮਾਨ ਖੱਟੇ, ਇੱਜ਼ਤ ਖੱਟੇ, ਜਿਹੜਾ ਉਹ ਕੰਮ ਕਰੇ ਜਿਨ੍ਹਾਂ ਕੰਮਾਂ ਦੇ ਨਾਲ ਇੱਜ਼ਤ ਮਿਲੇ, ਜਿਨ੍ਹਾਂ ਕੰਮਾਂ ਦੇ ਨਾਲ ਸਤਿਕਾਰ ਮਿਲੇ। ਤੇ ਸਤਿਕਾਰ ਕਿਹਨਾਂ ਕੰਮਾਂ ਨਾਲ ਮਿਲੇਗਾ? ਸਚਾਈ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਰਤਾ, ਇੱਕ ਦੂਜੇ ਦੀ ਹੈਲਪ ਕਰਨੀ, ਇਮਾਨਦਾਰੀ ਵਾਲੀ ਜ਼ਿੰਦਗੀ ਜੀਣੀ, ਉੱਚੇ ਸੁੱਚੇ ਜੀਵਨ ਨੂੰ ਜੀਣਾ, ਆਚਰਨ ਆਦਰਸ਼ ਵਾਲਾ, ਤਾਂ ਹੀ ਮਾਨ ਮਿਲੇਗਾ ਨਾ। ਤਾਂ ਗੁਰੂ ਜੀ ਕਹਿੰਦੇ ਨੇ ਅਕਲ ਇਹ ਹੈ ਕਿ ਉਸ ਅਕਲ ਰਾਹੀਂ ਮਾਣ ਖੱਟੇ, ਇੱਜ਼ਤ ਹਾਸਲ ਕਰੇ। ਅਕਲੀ ਪੜ ਕੇ ਬੁੱਝੀਐ। ਅਕਲੀ ਦਾ ਮਤਲਬ ਅਕਲ ਵਾਲਾ। ਅਕਲ ਇਹ ਹੈ ਕਿ ਪ੍ਰਭੂ ਦੀ ਸਿਫਤ ਸਲਾਹ ਪੜ ਕੇ, ਜਾਣਕਾਰੀ ਹਾਸਲ ਕਰਕੇ, ਬੁੱਝੀਏ ਦਾ ਮਤਲਬ ਉਹਨੂੰ ਅਮਲ ਵਿੱਚ ਲਿਆਈਏ, ਸਮਝੀਏ। ਬੁੱਝੀਏ ਦਾ ਮਤਲਬ ਸਮਝੀਏ, ਪੜ ਕੇ ਬੁੱਝੀਏ। ਅਕਲ ਇਹ ਹੈ ਕਿ ਪੜ ਕੇ, ਵਿਦਿਆ ਪੜ ਕੇ, ਧਰਮ ਗ੍ਰੰਥ ਪੜ ਕੇ, ਬੁੱਝੀਏ ਦਾ ਮਤਲਬ ਆਪਣੇ ਅੰਦਰ ਸਹੀ ਸਮਝ ਪੈਦਾ ਕਰੀਏ, ਜੀਵਨ ਦੇ ਸਹੀ ਰਾਸਤੇ ਨੂੰ ਸਮਝੀਏ, ਜੀਵਨ ਦੀ ਅਸਲੀਅਤ ਨੂੰ ਸਮਝੀਏ। ਅਕਲੀ ਕੀਚੈ ਦਾਨ। ਤੇ ਦਾਨ ਦਾ ਮਤਲਬ ਅਕਲ ਉਹ ਹੈ ਕਿ ਇਹ ਸ਼ੁਭ ਗੁਣਾਂ ਨੂੰ ਅੱਗੇ ਵੀ ਦਾਨ ਕਰੀਏ, ਅੱਗੇ ਵੀ ਪ੍ਰਚਾਰੀਏ, ਹੋਰਨਾਂ ਨੂੰ ਵੀ ਸਮਝਾਈਏ। ਅਕਲ ਇਹ ਹੈ। ਅਕਲ ਇਹ ਨਹੀਂ ਕਿ ਆਪਣੀ ਅਕਲ ਦੇ ਨਾਲ ਲੋਕਾਂ ਨੂੰ ਲੁੱਟੀਏ, ਲੋਕਾਂ ਵਿੱਚ ਨਰਕਾਂ ਸਵਰਗਾਂ ਦੇ ਭਰਮ ਪੈਦਾ ਕਰੀਏ, ਲੋਕਾਂ ਅੰਦਰ ਅਖੌਤੀ ਜੰਤਰ ਮੰਤਰ ਔਰ ਅਖੌਤੀ ਆ ਜਿੰਨੇ ਵੀ ਆ ਜੋਤਸ਼ੀਆਂ ਤੇ ਹੋਰ ਜਿਹੜੇ ਕਰਮ ਕਾਂਡ ਨੇ, ਇਹਨਾਂ ਨੂੰ ਪ੍ਰਚਾਰ ਕੇ ਲੋਕਾਂ ਨੂੰ ਲੁੱਟੀਏ। ਇਹ ਅਕਲ ਨਹੀਂ ਹੈ। ਅਸਲੀ ਅਕਲ ਇਹ ਹੈ ਕਿ ਧਰਮ ਗ੍ਰੰਥਾਂ ਨੂੰ ਪੜ੍ਹ ਕੇ, ਹੋਰ ਪੜ੍ਹਾਈ ਕਰਕੇ ਜੀਵਨ ਦੇ ਸਹੀ ਰਾਸਤੇ ਨੂੰ ਸਮਝੀਏ, ਸਹੀ ਜੀਵਨ ਜੁਗਤ ਨੂੰ ਸਮਝੀਏ, ਔਰ ਇਸ ਜੀਵਨ ਜੁਗਤ ਔਰ ਇਸ ਗਿਆਨ ਦਾ ਦਾਨ ਅੱਗੇ ਕਰੀਏ, ਭਾਵ ਇਸ ਗਿਆਨ ਨੂੰ ਅੱਗੇ ਵੀ ਵੰਡੀਏ।
ਨਾਨਕ ਆਖੈ ਰਾਹ ਏ, ਹੋਰ ਗੱਲਾਂ ਸ਼ੈਤਾਨ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਾਨਕ ਆਖਦਾ ਹੈ ਜ਼ਿੰਦਗੀ ਦਾ ਸਹੀ ਰਾਸਤਾ ਸਿਰਫ ਇਹੋ ਹੀ ਹੈ। ਨਾਨਕ ਆਖੈ ਰਾਹ ਏ, ਇਹ ਜ਼ਿੰਦਗੀ ਦਾ ਸਹੀ ਰਾਸਤਾ ਹੈ। ਇਹ ਅਕਲ ਨੂੰ ਕੰਮ ਵਿੱਚ ਲੈਣਾ, ਗਿਆਨ ਦੀ ਸਹੀ ਵਰਤੋਂ ਕਰਨੀ, ਪੜ੍ਹ ਕੇ ਸਮਝਣਾ, ਜੀਵਨ ਦੀ ਅਸਲੀਅਤ ਨੂੰ ਸਮਝਣਾ, ਰੱਬੀ ਹੁਕਮ ਨੂੰ ਸਮਝਣਾ, ਰੱਬੀ ਗੁਣਾਂ ਦੇ ਧਾਰਨੀ ਹੋਣਾ ਔਰ ਹੋਰਨਾਂ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਪ੍ਰਚਾਰਨਾ। ਅਸਲੀ ਜ਼ਿੰਦਗੀ ਦਾ ਰਾਸਤਾ ਇਹ ਹੈ, ਹੁਕਮ ਰਜ਼ਾ ਵਿੱਚ ਤੁਰਨਾ। ਹੋਰ ਗੱਲਾਂ ਸ਼ੈਤਾਨ, ਹੋਰ ਜਿੰਨੀਆਂ ਵੀ ਗੱਲਾਂ ਨੇ, ਲਾਂਭ ਦੀਆਂ ਗੱਲਾਂ ਨੇ, ਉਹ ਗੱਲਾਂ ਦੱਸਣ ਵਾਲਾ ਬੰਦਾ ਸ਼ੈਤਾਨ ਹੈ। ਹੋਰ ਗੱਲਾਂ ਸ਼ੈਤਾਨ ਜਿਹੜਾ ਰੱਬੀ ਰਜ਼ਾ ਤੋਂ ਉਲਟ ਗੱਲ ਕਰਦਾ ਨਾ, ਗੁਰੂ ਜੀ ਕਹਿੰਦੇ ਨੇ ਉਹ ਸ਼ੈਤਾਨ ਹੈ ਬੰਦਾ, ਸ਼ੈਤਾਨੀਅਤ ਦਾ ਅੱਡਾ ਹੈ ਉਹ ਬੰਦਾ। ਉਹ ਤੁਹਾਡੇ ਅੰਦਰ ਸ਼ੈਤਾਨੀਅਤ ਔਰ ਹੈਵਾਨੀਅਤ ਪੈਦਾ ਕਰੇਗਾ। ਔਰ ਹਕੀਕਤ ਇਹੀ ਹੈ, ਸ਼ੈਤਾਨ ਨੇ ਉਹ ਲੋਕ ਜੋ ਰੱਬੀ ਰਜ਼ਾ ਤੋਂ ਉਲਟ ਕੁਛ ਕਹਿ ਰਹੇ ਨੇ, ਪ੍ਰਚਾਰ ਰਹੇ ਨੇ ਔਰ ਲੋਕਾਂ ਨੂੰ ਲੁੱਟ ਰਹੇ ਨੇ। ਭੋਲੇ ਭਾਲੇ ਲੋਕਾਂ ਦੇ ਉੱਤੇ ਤਰਸ ਵੀ ਆਉਂਦਾ, ਰੋਣ ਆਉਂਦਾ ਹੈ ਔਰ ਐਸੇ ਲੋਕਾਂ ਤੇ ਅਫਸੋਸ ਵੀ ਆਉਂਦਾ ਹੈ ਜੋ ਸੱਚ ਨੂੰ ਛੱਡ ਕੇ ਤੇ ਕਿਵੇਂ ਗਲਤ ਕੁਛ ਪ੍ਰਚਾਰ ਕੇ ਟੂਣੇ, ਤਵੀਤ, ਜੰਤਰ ਮੰਤਰ, ਭੂਤ ਪ੍ਰੇਤ ਤੇ ਮੰਗਲਵਾਰ ਸ਼ਨੀਵਾਰ ਦੇ ਵਾਰਾਂ ਦੇ ਭਰਮ ਭੇਦ ਤੇ ਹੋਰ ਕਿੰਨਾ ਕੁਛ ਪ੍ਰਚਾਰ ਕੇ ਲੋਕਾਂ ਦੇ ਅੰਦਰ ਅੰਧ ਵਿਸ਼ਵਾਸ ਪੈਦਾ ਕੀਤੇ। ਗੁਰੂ ਜੀ ਕਹਿੰਦੇ ਨੇ ਜੋ ਰੱਬੀ ਰਜ਼ਾ ਤੋਂ ਉਲਟ ਗੱਲ ਕਰਦਾ ਹੈ ਨਾ, ਉਹ ਸ਼ੈਤਾਨ ਹੈ। ਤੇ ਸੱਚ ਦਾ ਰਾਹ ਇੱਕੋ ਹੀ ਹੈ, ਹੁਕਮ ਰਜ਼ਾਈ ਚੱਲਣਾ। ਮਹਿਲਾ ਦੂਜਾ, ਜੈਸਾ ਕਰੇ ਕਹਾਵੇ ਤੈਸਾ, ਐਸੀ ਬਣੀ ਜ਼ਰੂਰਤ। ਜ਼ਰੂਰਤ ਦਾ ਮਤਲਬ ਲੋੜ। ਕਹਿੰਦੇ ਨੇ ਅੱਜ ਇਸ ਗੱਲ ਦੀ ਲੋੜ ਹੈ, ਪਾਣੀ ਦੀ ਲੋੜ ਹੈ ਤਾਂ ਪਿਆਸ ਬੁੱਝੇਗੀ, ਜੇ ਪਾਣੀ ਨਾ ਮਿਲਿਆ ਤੇ ਪਿਆਸ ਨਹੀਂ ਬੁੱਝਣੀ। ਲੋੜ ਹੈ ਪਾਣੀ ਦੀ, ਲੋੜ ਹੈ ਇਸ ਚੀਜ਼ ਦੀ। ਹੁਣ ਨਾ ਫਸਲਾਂ ਸੁੱਕ ਰਹੀਆਂ ਨੇ, ਮੀਂਹ ਦੀ ਲੋੜ ਹੈ, ਜੇ ਕਿਤੇ ਮੀਂਹ ਪੈ ਜਾਏ ਤਾਂ ਫਸਲਾਂ ਠੀਕ ਹੋਣਗੀਆਂ। ਜ਼ਰੂਰਤ, ਲੋੜ, ਐਸੀ ਬਣੀ ਜ਼ਰੂਰਤ, ਐਸੀ ਲੋੜ ਹੈ। ਕਿਹੜੀ ਲੋੜ ਹੈ ਜ਼ਿੰਦਗੀ ਵਿੱਚ? ਜੈਸਾ ਕਰੇ ਕਹਾਵੇ ਤੈਸਾ। ਲੋੜ ਇਸ ਗੱਲ ਦੀ ਹੈ ਕਿ ਜਿਹੋ ਜੇ ਮਨੁੱਖ ਕੰਮ ਕਰਦਾ ਹੈ ਉਹੋ ਜਿਹਾ ਹੀ ਉਹਦਾ ਨਾਮ ਪੈ ਜਾਂਦਾ, ਉਹੋ ਜਿਹਾ ਹੀ ਉਹਨੂੰ ਕਹਾਉਣਾ ਚਾਹੀਦਾ। ਜੈਸਾ ਕਰੇ ਕਹਾਵੇ ਤੈਸਾ, ਜਿਹੋ ਜਿਹਾ ਕਰਦਾ ਉਹੋ ਜਿਹਾ ਹੀ ਕਹਾਏ। ਯਾਨੀ ਕਥਨੀ ਔਰ ਕਰਨੀ ਦਾ ਇੱਕ ਹੋਣਾ ਚਾਹੀਦਾ ਬੰਦਾ। ਜੇ ਚੋਰੀ ਕਰਦਾ ਹੈ ਤੇ ਕਹੇ ਕਿ ਮੈਂ ਚੋਰ ਕਰਨਾ, ਫਿਰ ਚੋਰੀ ਅਖਵਾਏ, ਚੋਰ ਅਖਵਾਏ। ਜਿਹੜਾ ਚੋਰੀ ਕਰੇਗਾ ਉਹਨੂੰ ਚੋਰ ਅਖਵਾਣਾ ਪਵੇਗਾ, ਜਿਹੜਾ ਝੂਠ ਬੋਲੇਗਾ ਉਹਨੂੰ ਝੂਠਾ ਅਖਵਾਣਾ ਪਵੇਗਾ, ਜਿਹੜਾ ਪਾਪ ਕਰੇਗਾ ਉਹਨੂੰ ਪਾਪੀ ਅਖਵਾਣਾ ਪਏਗਾ, ਉਹਨੂੰ ਪਾਪੀ ਕਹਿਣਾ ਚਾਹੀਦਾ। ਇਹ ਜ਼ਰੂਰਤ ਹੈ ਅੱਜ ਦੀ। ਤਾਂ ਗੁਰੂ ਜੀ ਕਹਿੰਦੇ ਨੇ ਅਵਸ਼ੋਂ ਹੀ ਐਸੀ ਮਰਿਆਦਾ ਜ਼ਰੂਰਤ ਬਣੀ ਹੋਈ ਹੈ। ਮਨੁੱਖ ਜਿਹੋ ਜੇ ਕੰਮ ਕਰਦਾ ਹੈ ਉਹੋ ਜਿਹਾ ਉਹਦਾ ਨਾਮ ਪੈ ਜਾਂਦਾ ਹੈ। ਤੇ ਲੋੜ ਕਿਸ ਗੱਲ ਦੀ ਹੈ? ਜਿਵੇਂ ਅੱਗੇ ਇੱਕ ਮਿਸਾਲ ਦੇ ਕੇ ਸਮਝਾ ਰਹੇ ਨੇ, ਹੋਵੇ ਲਿੰਗ, ਇਹਨੂੰ ਲਿੰਗ ਨਹੀਂ ਪੜਨਾ, ਗੰਗਾ ਪੜਨਾ ਹੈ, ਲਿੰਗ। ਹੋਵੇ ਲਿੰਗ ਝਿੰਗ ਨਹਿ ਹੋਵੇ, ਐਸੀ ਕਹੀ ਹੈ ਸੂਰਤ। ਲਿੰਗ ਦਾ ਮਤਲਬ ਨਰੋਏ ਅੰਗ, ਝਿੰਗ ਦਾ ਮਤਲਬ ਝੜੇ ਹੋਏ ਅੰਗ। ਐਸੀ ਕਹੀ ਹੈ ਸੂਰਤ ਦਾ ਮਤਲਬ ਐਸੀ ਸੂਰਤ, ਮਨੁੱਖਾ ਸੂਰਤ ਆਖੀ ਦੀ ਹੈ। ਮਨੁੱਖਾ ਸਰੀਰ ਜਿਹੋ ਜਿਹਾ ਇਹੋ ਜਿਹਾ ਹੋਣਾ ਚਾਹੀਦਾ। ਮਤਲਬ ਮਿਸਾਲ ਸਮਝ ਲਓ ਪਹਿਲਾਂ ਕਿ ਜਿਸ ਬੰਦੇ ਦੇ ਸਰੀਰਕ ਅੰਗ ਨਰੋਏ ਨੇ, ਹੱਥ, ਪੈਰ, ਅੱਖਾਂ, ਨੱਕ, ਕੰਨ ਆਦਿਕ, ਇਹਨੂੰ ਕਹਿੰਦੇ ਨੇ ਲਿੰਗ, ਨਰੋਏ ਅੰਗ। ਉਹਨੂੰ ਕਹਿੰਦੇ ਨੇ ਬੜਾ ਸੋਹਣਾ ਹੈ। ਮਨੁੱਖਾ ਸਰੀਰ ਹੋਣਾ ਵੀ ਐਸਾ ਹੀ ਚਾਹੀਦਾ। ਝਿੰਗ ਕਹਿੰਦੇ ਨੇ ਝੜੇ ਹੋਏ। ਹੁਣ ਐਵੇਂ ਤੇ ਨਹੀਂ ਨਾ ਹੋਣਾ ਚਾਹੀਦਾ ਵੀ ਬੰਦੇ ਨੂੰ ਪੋਲੀਓ ਹੋ ਜਾਏ, ਲੱਤਾਂ ਹੀ ਨਾ ਦੋਵੇਂ ਹੋਣ, ਬਾਹਾਂ ਨਾ ਦੋਵੇਂ ਹੋਣ, ਅੱਖਾਂ ਨਾ ਹੋਣ, ਨੱਕ ਨਾ ਹੋਵੇ, ਤਾਂ ਬੰਦਾ ਕਿਵੇਂ ਦਾ ਹੋਏਗਾ? ਸਾਬਤ ਸੂਰਤ ਹੀ ਹੈ ਨਾ, ਤਾਂ ਹੀ ਮਨੁੱਖਾ ਸਰੀਰ ਸੋਹਣਾ ਲੱਗਦਾ ਹੈ। ਇਹੋ ਜੀ ਸੂਰਤ ਸੋਹਣੀ ਲੱਗਦੀ ਹੈ। ਤੇ ਜਿਹਦੇ ਵਿਚਾਰੇ ਦੇ ਅੰਗ ਝੜੇ ਹੋਣ ਉਹ ਕਿੰਨਾ ਦੁਖੀ ਰਹਿੰਦਾ ਹੈ। ਸੋਹਣਾ ਸੁੰਦਰ ਵੀ ਨਹੀਂ ਲੱਗਦਾ, ਉਹ ਇੱਕ ਵੱਖਰਾ ਟੌਪਿਕ ਹੈ। ਲੇਕਿਨ ਉਹ ਜਿਹੜਾ ਬੰਦਾ ਹੈ ਕਿਸੇ ਵਿਚਾਰਾ ਕੰਮ ਦਾ ਵੀ ਨਹੀਂ ਹੁੰਦਾ ਨਾ, ਕੰਮ ਵੀ ਨਹੀਂ ਕੋਈ ਕਰ ਪਾਏਗਾ। ਉਹ ਵਿਚਾਰਾ ਦੂਜਿਆਂ ਦੇ ਉੱਤੇ ਸਗੋਂ ਭਾਰ ਹੁੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਐਸੀ ਮਰਿਆਦਾ ਅਨੁਸਾਰ
ਉਹੀ ਜਿਸਮ ਮਨੁੱਖਾ ਸਰੀਰ ਜਿਸਮ ਅਖਵਾਨ ਦੇ ਲਾਇਕ ਹੈ, ਜਿਹਦੇ ਅੰਗ ਨਰੋਏ ਨੇ। ਨਰੋਏ ਅੰਗਾਂ ਦਾ ਮਤਲਬ ਜੋ ਅੱਖਾਂ ਦੇ ਨਾਲ ਹਰ ਇੱਕ ਵਿੱਚ ਰੱਬ ਨੂੰ ਵੇਖਦਾ ਹੈ, ਜੋ ਜ਼ੁਬਾਨ ਦੇ ਨਾਲ ਸੱਚੇ ਪਿਆਰੇ ਬੋਲ ਬੋਲਦਾ ਹੈ, ਨਰੋਏ ਬੋਲ ਬੋਲਦਾ ਹੈ, ਜੋ ਕੰਨਾਂ ਦੇ ਨਾਲ ਸੱਚ ਸੁਣਦਾ ਹੈ, ਜੋ ਹੱਥਾਂ ਦੇ ਨਾਲ ਚੰਗੀ ਕਿਰਤ ਕਰਦਾ ਹੈ ਇਮਾਨਦਾਰੀ ਦੀ ਔਰ ਕਿਸੇ ਦਾ ਸਹਿਯੋਗ ਕਰਦਾ ਹੈ। ਨਰੋਏ ਪੈਰਾਂ ਦਾ ਮਤਲਬ ਜੋ ਪੈਰਾਂ ਦੇ ਨਾਲ ਸਿੱਧੇ ਰਾਹਾਂ ਤੇ ਜਾਂਦਾ ਹੈ। ਨਰੋਏ ਮਨ ਦਾ ਮਤਲਬ ਜੋ ਸੱਚ ਸੋਚਦਾ ਹੈ। ਇਹੋ ਜਿਹੀ ਮੂਰਤ ਹੋਣੀ ਚਾਹੀਦੀ ਹੈ। ਝਿੰਗ ਦਾ ਮਤਲਬ ਝੜੇ ਹੋਏ ਅੰਗ ਨਹੀਂ ਹੋਣੇ ਚਾਹੀਦੇ, ਅੱਖਾਂ ਝੜੀਆਂ ਹੋਣ ਕਿ ਬਗਾਨੀ ਔਰਤ ਨੂੰ ਮਾੜੀ ਨਜ਼ਰ ਨਾਲ ਵੇਖਣ ਜਾਂ ਪਰਾਏ ਧਨ ਨੂੰ ਮਾੜੀ ਨਜ਼ਰ ਨਾਲ ਵੇਖਣ। ਉਹਦੇ ਕੰਨ ਝੜੇ ਹੋਏ ਸਮਝੋ, ਜਿਹੜਾ ਨਿੰਦਾ ਚੁਗਲੀ ਆਦਿਕ ਸੁਣਦਾ ਹੈ। ਉਹਦੀ ਜ਼ਬਾਨ ਝੜੀ ਹੋਈ ਸਮਝੋ, ਜ਼ਬਾਨ ਉਹਦੀ ਸੋਹਣੀ ਨਹੀਂ ਜੋ ਖਰਵੇ ਬੋਲ ਤੇ ਨਿੰਦਾ ਚੁਗਲੀ ਬੋਲਦਾ ਹੈ। ਉਹਦੇ ਹੱਥ ਝੜੇ ਹੋਏ ਸਮਝੋ, ਜੋ ਕਿਸੇ ਦਾ ਸਹਿਯੋਗ ਨਹੀਂ ਕਰਦਾ, ਠੱਗੀਆਂ ਮਾਰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਐਸੀ ਸੂਰਤ ਹੋਣੀ ਚਾਹੀਦੀ ਹੈ। ਸ਼ੁਭ ਗੁਣਾਂ ਵਾਲੇ ਨਰੋਏ ਅੰਗ ਹੋਣ, ਅਸ਼ੁਭ ਗੁਣ ਨਾ ਹੋਣ ਜ਼ਿੰਦਗੀ ਦੇ ਅੰਦਰ। ਜੋ ਉਸ ਇੱਛੇ, ਇਹਨੂੰ ਉਸ ਨਹੀਂ ਪੜਨਾ, ਉਸ, ਜੋ ਉਸ ਇੱਛੇ ਸੋ ਫਲ ਪਾਏ, ਤਾਂ ਨਾਨਕ ਕਹੀਏ ਮੂਰਤ। ਮੂਰਤ ਦਾ ਮਤਲਬ ਮਨੁੱਖਾ ਹਸਤੀ, ਮਨੁੱਖ, ਇਨਸਾਨ। ਉਸ ਇੱਛੇ ਦਾ ਮਤਲਬ ਜੋ ਪ੍ਰਭੂ ਦੇ ਮਿਲਾਪ ਦੀ ਇੱਛਾ ਰੱਖਦਾ, ਜਿਹਦੇ ਜੀਵਨ ਦਾ ਗੋਲ ਰੱਬ ਵਰਗੇ ਹੋ ਜਾਣਾ ਹੈ। ਕਿਵ ਸਚਿਆਰਾ ਹੋਈ ਹੈ, ਸਚਿਆਰ ਰੱਬ ਹੈ ਨਾ, ਤੂੰ ਕਰਤਾ ਸਚਿਆਰ ਮੈਂਡਾ ਸਾਈਂ। ਜੋ ਇਹ ਇੱਛਾ ਰੱਖਦਾ ਹੈ ਕਿ ਮੈਂ ਰੱਬ ਵਰਗੇ ਹੋ ਕੇ ਜ਼ਿੰਦਗੀ ਜੀਣਾ ਹੈ, ਮੈਂ ਆਪਣੇ ਜੀਵਨ ਨੂੰ ਰੱਬ ਵਰਗਾ ਬਣਾਉਣਾ ਹੈ, ਮੈਂ ਰੱਬ ਦੇ ਵਿੱਚ ਮਿਲਣਾ ਹੈ, ਮੈਂ ਸਚਿਆਰ ਹੋਣਾ ਹੈ। ਜੋ ਉਸ ਇੱਛੇ, ਜਿਹਦੀ ਇੱਛਾ ਇਹ ਹੈ, ਜਿਹਦਾ ਗੋਲ ਇਹ ਹੈ, ਸੋ ਫਲ ਪਾਏ, ਤੇ ਉਸ ਫਲ ਨੂੰ ਪ੍ਰਾਪਤ ਵੀ ਕਰ ਲੈ, ਉਹਦੇ ਵਿੱਚ ਮਿਲ ਵੀ ਜਾਏ, ਰੱਬ ਵਰਗਾ ਹੋ ਵੀ ਜਾਏ, ਤਾਂ ਨਾਨਕ ਕਹੀਏ ਮੂਰਤ। ਗੁਰੂ ਜੀ ਕਹਿੰਦੇ ਨੇ ਤਾਂ ਫਿਰ ਉਹਨੂੰ ਮਨੁੱਖ ਕਿਹਾ ਜਾ ਸਕਦਾ ਹੈ, ਤਾਂ ਉਹਨੂੰ ਇਨਸਾਨ ਕਿਹਾ ਜਾ ਸਕਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਉਹ ਹਸਤੀ ਮਨੁੱਖਾ ਹਸਤੀ ਕਹੀ ਜਾਣੀ ਚਾਹੀਦੀ ਹੈ, ਜਿਹਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਹੋਵੇ, ਤੇ ਇਸ ਤਾਂਘ ਮੁਤਾਬਕ ਉਹਨੂੰ ਪ੍ਰਭੂ ਮਿਲਾਪ ਦਾ ਫਲ ਪ੍ਰਾਪਤ ਹੋ ਜਾਏ, ਰੱਬ ਵਰਗਾ ਹੋ ਕੇ ਜੀਵੇ। ਉਹ ਬੰਦਾ ਇਨਸਾਨ ਅਖਵਾਨ ਦਾ ਹੱਕਦਾਰ ਹੈ। ਉਹ ਇਨਸਾਨ, ਇਹ ਜ਼ਿੰਦਗੀ ਦਾ ਗੋਲ ਹੋਣਾ ਚਾਹੀਦਾ ਹੈ, ਔਰ ਇਸ ਗੋਲ ਨੂੰ ਪ੍ਰਾਪਤ ਕਰਨ ਵਾਲਾ ਹੀ ਇਨਸਾਨ ਹੈ। ਜੇ ਐਸਾ ਨਹੀਂ ਤਾਂ ਫਿਰ ਕੀ ਹੈ ਕਰਤੂਤ ਪਸ਼ੂ ਕੀ, ਮਾਨਸ ਜਾਤ, ਲੋਕ ਪਚਾਰਾ ਕਰੇ दिन रात। फिर तो आवन आए सृष्ट में बिन बूझे पछतूर वाली अवस्था है। पौड़ी सतगुर अमृत बिरख है, अमृत रस फलिया। बिरख का मतलब रुख। तो गुरु जी कहते ने गुरु मानो अमृत का रुख है, आत्मक जीवन देने वाला रुख। अमृत रस फलिया का मतलब ਉਹਨੂੰ ਆਤਮਕ ਜੀਵਨ ਦੇਣ ਵਾਲਾ ਫਲ ਲੱਗਾ ਹੋਇਆ ਹੈ, ਗਿਆਨ, ਜਿਹੜਾ ਆਤਮਕ ਜੀਵਨ ਵਾਲਾ ਫਲ ਦਿੰਦਾ ਹੈ, ਜਿਸ ਪਾਸੋਂ ਆਤਮਕ ਜੀਵਨ ਦਾ ਰਸ ਮਿਲਦਾ ਹੈ। ਗੁਰੂ ਇੱਕ ਆਤਮਕ ਜੀਵਨ ਦੇਣ ਵਾਲਾ ਰੁੱਖ ਹੈ, ਉਹਦੇ ਨਾਲ ਆਤਮਕ ਜੀਵਨ ਦਾ ਫਲ ਲੱਗਾ ਹੋਇਆ ਹੈ, ਜਿਹੜਾ ਰਸ ਦੇ ਨਾਲ ਪਰਿਪੂਰਨ ਹੈ। ਮਤਲਬ ਗੁਰੂ ਕੋਲੋਂ ਗਿਆਨ ਦੀ ਦਾਤ ਲੈ ਕੇ ਅਸੀਂ ਆਤਮਿਕ ਜੀਵਨ ਦਾ ਰਸ ਚੱਕ ਸਕਦੇ ਹਾਂ। ਗੁਰੂ ਇੱਕ ਉਹ ਹਸਤੀ ਹੈ ਜਿਸ ਪ੍ਰਾਪਤ ਸੋਲ ਹੈ ਗੁਰ ਸ਼ਬਦੀ ਮਿਲਿਆ। ਗੁਰ ਸ਼ਬਦੀ ਦਾ ਮਤਲਬ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ। ਇਹ ਆਤਮਿਕ ਜੀਵਨ ਦੇਣ ਵਾਲਾ ਰੁੱਖ, ਇਹ ਆਤਮਿਕ ਜੀਵਨ ਦੇਣ ਵਾਲਾ ਗੁਰੂ ਗਿਆਨ ਦਾ ਫਲ ਜਾਂ ਆਤਮਿਕ ਜੀਵਨ ਮਿਲਦਾ ਕਿਨੂੰ ਹੈ? ਗੁਰ ਸ਼ਬਦੀ ਮਿਲਿਆ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਐਸੀ ਜ਼ਿੰਦਗੀ ਮਿਲਦੀ ਹੈ। ਯਾਨੀ ਜੋ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਫੋਲੋ ਕਰਦੇ ਨੇ, ਉਹਨਾਂ ਨੂੰ ਐਸਾ ਜੀਵਨ ਮਿਲ ਜਾਂਦਾ ਹੈ। ਤੇ ਮਿਲਦਾ ਕਿਨੂੰ ਹੈ? ਜਿਸ ਪ੍ਰਾਪਤ, ਜਿਹਦੇ ਭਾਗਾਂ ਵਿੱਚ ਹੈ। ਭਾਗਾਂ ਦਾ ਮਤਲਬ ਇਹ ਨਹੀਂ ਕਿ ਪਿਛਲੇ ਜਨਮਾਂ ਦੀ ਲਿਖੀ ਕਿਸਮਤ, ਜਿਨਨੇ ਆਪਣੇ ਅੰਦਰ ਚੰਗੇ ਸੰਸਕਾਰ ਲਿਖੇ ਨੇ, ਜਿਨਨੇ ਉਦਮ ਕੀਤਾ ਹੈ, ਜਿਨਨੇ ਐਸੀ ਸੋਚ ਸੋਚੀ ਹੈ, ਜਿਨਨੇ ਆਪਣੇ ਅੰਦਰ ਐਸੇ ਵਿਚਾਰ ਪੈਦਾ ਕੀਤੇ ਨੇ, ਉਹਨਾਂ ਨੂੰ ਗੁਰੂ ਸ਼ਬਦ ਰਾਹੀਂ ਇਹ ਦਾਤ ਮਿਲ ਜਾਂਦੀ ਹੈ। ਜਿਸ ਪ੍ਰਾਪਤ ਦਾ ਮਤਲਬ ਜਿਸ ਨੇ ਐਸੀ ਚੀਜ਼ ਨੂੰ ਏਮ ਬਣਾਇਆ ਹੈ, ਗੁਰੂ ਦੇ ਸ਼ਬਦ ਉਪਦੇਸ਼ ਰਾਹੀਂ ਉਹਨੂੰ ਇਹ ਗੋਲ ਮਿਲ ਜਾਂਦਾ ਹੈ। ਸਤਿਗੁਰ ਕੈ ਭਾਣੈ ਜੋ ਚੱਲੈ ਹਰ ਸੇਤੀ ਰਲਿਆ।
ਜਿਹੜਾ ਮਨੁੱਖ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ, ਚੱਲਦਾ ਦਾ ਮਤਲਬ ਮਨ, ਬਚਨ, ਕਰਮ ਕਰਕੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਜੋ ਅਪਣਾ ਲੈਂਦਾ ਹੈ, ਹਰ ਸੇਤੀ ਮਿਲਿਆ ਉਹ ਰੱਬ ਦੇ ਨਾਲ ਮਿਲ ਜਾਂਦਾ ਹੈ, ਉਹ ਰੱਬ ਦੇ ਨਾਲ ਇੱਕ ਰੂਪ ਹੋ ਜਾਂਦਾ ਹੈ, ਉਹ ਬੰਦਾ ਰੱਬ ਵਰਗਾ ਹੋ ਜਾਂਦਾ ਹੈ। ਜਮਕਾਲ ਜੋ ਨਾ ਸਕਈ ਘਟ ਚਾਨਣ ਬਲਿਆ। ਘਟ ਦਾ ਮਤਲਬ ਹਿਰਦੇ ਵਿੱਚ, ਜਮਕਾਲ ਦਾ ਮਤਲਬ ਆਤਮਕ ਮੌਤ, ਚਾਨਣ ਬਲਿਆ ਦਾ ਮਤਲਬ ਗਿਆਨ ਦਾ ਚਾਨਣਾ ਹੋ ਗਿਆ। ਉਸ ਮਨੁੱਖ ਨੂੰ ਆਤਮਕ ਮੌਤ ਵੇਖ ਵੀ ਨਹੀਂ ਸਕਦੀ। ਆਤਮਕ ਮੌਤ ਨੇੜੇ ਆਉਣਾ ਤਾਂ ਦੂਰ ਦੀ ਗੱਲ, ਦੂਰੋਂ ਵੇਖ ਵੀ ਨਹੀਂ ਸਕਦੀ। ਆਤਮਕ ਮੌਤ ਉਹਦੇ ਤੋਂ ਇੰਨੀ ਦੂਰ ਹੁੰਦੀ ਹੈ ਜਿੱਥੇ ਆਤਮਕ ਮੌਤ ਦੀ ਨਜ਼ਰ ਵੀ ਨਹੀਂ ਪਹੁੰਚਦੀ। ਜਮਕਾਲ ਜੋ ਨਾ ਸਕਈ, ਉਹ ਬੰਦਾ ਆਤਮਕ ਮੌਤ ਤੇ ਨਹੀਂ ਮਰਦਾ, ਉਹਨੂੰ ਆਤਮਕ ਮੌਤ ਵੇਖ ਵੀ ਨਹੀਂ ਸਕਦੀ। ਕਿਹਨੂੰ? ਘਟ ਚਾਨਣ ਬਲਿਆ, ਜਿਹਦੇ ਹਿਰਦੇ ਦੇ ਅੰਦਰ ਗੁਰੂ ਗਿਆਨ ਦਾ ਦੀਵਾ ਜਗ ਰਿਹਾ ਹੈ, ਜਿਸ ਦੇ ਅੰਦਰ ਗਿਆਨ ਹੈ, ਜੋ ਗੁਰੂ ਦੇ ਗਿਆਨ ਨੂੰ ਵਰਤੋਂ ਵਿੱਚ ਲਿਆ ਰਿਹਾ ਹੈ। ਨਾਨਕ ਬਖਸ਼ ਮਿਲਾਇਨ ਫਿਰ ਗਰਭ ਨਾ ਗਲਿਆ। ਬਖਸ਼ ਦਾ ਮਤਲਬ ਰਹਿਮਤ ਕਰਕੇ, ਮਿਲਾਇਨ ਦਾ ਮਤਲਬ ਮਿਲਾ ਲੈਣੇ, ਗਰਭ ਦਾ ਮਤਲਬ ਹੈ ਅੱਗ, ਤੇ ਗਲਿਆ ਦਾ ਮਤਲਬ ਗਲ ਜਾਣਾ, ਸੜ ਜਾਣਾ। ਜਿਵੇਂ ਕੋਈ ਚੀਜ਼ ਸੜ ਜਾਏ ਤੇ ਅਸੀਂ ਕਹਿੰਦੇ ਆ ਸੜ ਗਈ, ਤੇ ਗਲੇ ਹੋਏ ਜਿਹੜੇ ਫਲ ਨੇ ਅਸੀਂ ਕਹਿੰਦੇ ਨਾ ਸੇਬ ਤੇ ਸੜ ਗਏ ਨੇ, ਗੰਢੇ ਗਲ ਗਏ ਨੇ, ਸੜ ਗਏ ਨੇ। ਗਲਣ ਦਾ ਮਤਲਬ ਸੜ ਜਾਣਾ। ਗਰਭ ਦਾ ਮਤਲਬ ਅੱਗ, ਵਿਕਾਰਾਂ ਦੀ ਅੱਗ, ਤ੍ਰਿਸ਼ਨਾ ਦੀ ਅੱਗ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਜਿਨ੍ਹਾਂ ਨੂੰ ਪ੍ਰਭੂ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲੈਂਦਾ, ਜੋ ਗੁਰੂ ਗਿਆਨ ਵਾਲੀ ਜ਼ਿੰਦਗੀ ਜੀਂਦੇ ਨੇ, ਫਿਰ ਗਰਭ ਨਾ ਗਲਿਆ ਦਾ ਮਤਲਬ ਮੁੜ ਕੇ ਉਹ ਵਿਕਾਰਾਂ ਦੀ ਅੱਗ ਵਿੱਚ ਸੜਦੇ ਨਹੀਂ, ਫਿਰ ਉਹ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਨਹੀਂ, ਫਿਰ ਉਹ ਇਸ ਜ਼ਿੰਦਗੀ ਦੇ ਅੰਦਰ ਤ੍ਰਿਸ਼ਨਾ ਤੋਂ, ਵਿਕਾਰਾਂ ਤੋਂ ਔਰ ਐਸੀ ਜਲਨ ਤੋਂ ਬਿਲਕੁਲ ਬਚ ਜਾਂਦੇ ਨੇ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵੀ ਐਸੀ ਮਹਾਨ ਹੋਵੇ, ਤਾਂ ਸਾਨੂੰ ਵੀ ਆਪਣੀ ਅਕਲ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਅਕਲ ਵਾਸਤਵ ਦੇ ਅੰਦਰ ਉਹ ਹੈ ਜੋ ਸਾਨੂੰ ਰੱਬੀ ਗੁਣਾਂ ਨਾਲ ਜੋੜੇ, ਇਨਸਾਨੀਅਤ ਸਾਡੇ ਅੰਦਰ ਪੈਦਾ ਕਰੇ। ਤੇ ਜਿਹੜਾ ਬੰਦਾ ਐਸੀ ਗੱਲ ਨਹੀਂ ਕਰਦਾ, ਜਾਂ ਸੱਚ ਨਾਲੋਂ, ਰੱਬੀ ਰਜ਼ਾ ਨਾਲੋਂ ਤੋੜ ਕੇ ਟੂਣੇ ਤਵੀਤ ਤੇ ਵਹਿਮਾਂ ਭਰਮਾਂ ਦੇ ਅੰਦਰ ਪਾਉਂਦਾ ਹੈ, ਜਾਂ ਐਸੇ ਕਰਮ ਕਰਦਾ ਹੈ, ਐਸੇ ਬੰਦੇ ਦੀ ਜੀਵਨ ਨੂੰ ਲਾਨਤ ਗੁਰੂ ਜੀ ਪਾ ਰਹੇ ਨੇ। ਔਰ ਨਾਲ ਦੱਸ ਰਹੇ ਨੇ, ਇਹ ਅਕਲ ਨਹੀਂ ਕਿ ਆਪਣੇ ਜੀਵਨ ਨੂੰ ਬੇਕਾਰ ਗਵਾ ਲਿਆ ਜਾਏ। ਇਸ ਲਈ ਅਕਲ ਦੀ ਸਹੀ ਵਰਤੋਂ ਕਰਕੇ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਰੱਬ ਵਰਗੇ ਹੋ ਕੇ ਜੀਣ ਦਾ ਯਤਨ ਹਰ ਇਨਸਾਨ ਨੂੰ ਕਰਨਾ ਚਾਹੀਦਾ।